You are listening to The Harjinder Gill Show, Rams Punjabi, only on 1350 AM. ਜੀ ਦੋਸਤੋ ਬਿਲਕੁਲ 1350 AM ਸਮਾਂ 3:55 ਸੋ ਠੀਕ 4 ਵਜੇ ਤੱਕ ਹੁਣ ਬੌਬੀ ਹੋਰਾਂ ਨਾਲ ਅਸੀਂ ਪਹਿਲਾਂ ਗੱਲ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਸਟੇਸ਼ਨ ਆਈਡੀ ਤੇ ਫਿਰ ਦੈਨ ਤੁਹਾਡੀਆਂ ਕਾਲਸ ਵੀ ਔਨ 에ਅਰ ਕਰਾਂਗੇ। ਬੌਬੀ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਹਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਮੁਬਾਰਕਾਂ, ਸ਼ੁਭ ਕਾਮਨਾਵਾਂ ਤੇ ਵਧਾਈਆਂ ਜਿਹੜੀਆਂ ਨੇ ਉਹਨਾਂ ਨੂੰ ਹੋਰ ਵੀ ਚਾਰ ਚੰਨ ਲੱਗੇ ਨੇ ਜਿਹੜਾ ਫੈਸਲਾ ਹੋਇਆ ਇਸ ਵੇਲੇ ਕਿਸਾਨਾਂ ਦੇ ਹੱਕ ਦੇ ਵਿੱਚ, ਜਿਹਦੇ ਬਾਰੇ 'ਚ ਆਪਾਂ ਹੁਣ ਕੋਸ਼ਿਸ਼ ਕਰਾਂਗੇ ਅੱਧਾ ਪੌਣਾ ਘੰਟਾ ਗੱਲ ਲਗਾਤਾਰ ਕਰੀਏ ਔਰ ਸਾਡੇ ਕਾਲਰਸ ਦੇ ਵਿਚਾਰ ਵੀ ਸੁਣੀਏ, ਤੁਹਾਡੇ ਵੀ ਸੁਣੀਏ, ਜਿੱਥੇ ਅਲੱਗ-ਅਲੱਗ ਐਂਗਲਸ ਤੋਂ ਅਸੀਂ ਇਹਨੂੰ ਧਾਰਮਿਕ ਤੌਰ 'ਤੇ ਸਮਾਜਿਕ ਤੌਰ ਦੇ ਉੱਤੇ ਵੀ ਥੋੜ੍ਹਾ ਟੱਚ ਕਰ ਸਕਦੇ ਹਾਂ। ਪਰ ਥੋੜ੍ਹੀ ਅੱਜ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਣੀ ਉਹਨੂੰ ਜ਼ਿਆਦਾ ਪੋਲੀਟੀਕਲ ਡਾਇਮੈਂਸ਼ਨਸ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰੀ ਅਨਾਊਂਸਮੈਂਟ ਦੇ ਪਿੱਛੇ ਜਿਹੜਾ ਤਾਣਾ ਬਾਣਾ ਹੈ ਰਾਜਨੀਤਿਕ ਤੌਰ ਦੇ ਉੱਤੇ ਕੌਣ ਕ੍ਰੈਡਿਟ ਲੈ ਰਿਹਾ ਹੈ, ਕੌਣ ਕ੍ਰੈਡਿਟ ਲੈ ਸਕਦਾ ਹੈ, ਕੌਣ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੇਗਾ। ਇਹ ਫੈਸਲੇ ਨੂੰ ਤੁਸੀਂ ਇਕੱਲਾ ਨਰਿੰਦਰ ਮੋਦੀ ਹੋਰਾਂ ਤੱਕ ਸੀਮਤ ਕਰਦੇ ਹੋ ਜਾਂ ਓਵਰਆਲ ਇੰਡੀਆ ਲੈਵਲ 'ਤੇ ਜਾਂ ਸੂਬਿਆਂ ਦੇ ਪੱਧਰ ਦੇ ਉੱਪਰ ਕਿਵੇਂ ਦੇਖਦੇ ਹੋ? ਕਿਸਾਨ ਜਥੇਬੰਦੀਆਂ ਦੀ ਭੂਮਿਕਾ ਦੇ ਬਾਰੇ 'ਚ ਕੀ ਸੋਚਦੇ ਹੋ? ਕਿਸ ਤਰ੍ਹਾਂ ਦੇ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਮੀਕਰਨ ਸਾਨੂੰ ਦੇਖਣੇ ਪੈਣਗੇ ਰਾਜਨੀਤਿਕ ਪੱਖ ਤੋਂ, ਇਹ ਕੁਝ ਚੀਜ਼ਾਂ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ। ਬਿਲਕੁਲ ਠੀਕ ਹੈ ਜੀ। ਸੋ ਸ਼ੁਰੂ ਕਰੀਏ ਸਰ, ਜੇ ਓਪਨਿੰਗ ਰਿਮਾਰਕਸ ਤੋਂ ਹੀ ਗੱਲ ਕਰਨੀ ਹੋਵੇ ਕਿੱਥੋਂ ਗੱਲਬਾਤ ਸ਼ੁਰੂ ਕਰੋਗੇ? ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਕੋਈ 700 ਤੋਂ ਉੱਪਰ ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਨੇ, ਆਪਣੀ ਜਾਨ ਗਵਾ ਬੈਠੇ, ਮੈਂ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਜ਼ਰੂਰ ਭੇਂਟ ਕਰਦਾ ਹਾਂ। ਕਿਉਂਕਿ ਸ਼ੁਰੂਆਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਯਾਦ ਕਰਨਾ ਵੀ ਬੜਾ ਜ਼ਰੂਰੀ ਆ। ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੈਂ ਆਪਣੀ ਦੁੱਖ ਸਾਂਝਾ ਵੀ ਕਰਦਾ ਹਾਂ। ਤੇ ਪਰ ਹੁਣ ਅੱਜ ਮੋਰਚਾ ਫਤਿਹ ਹੋਇਆ ਆ, ਸੋ ਇਸ ਲਈ ਮੈਂ ਜਿੱਥੇ ਨਰਿੰਦਰ ਮੋਦੀ ਉਹਨਾਂ ਦੇ ਜੋ ਪਹਿਲਾਂ ਉਹਨਾਂ ਨੂੰ ਮੈਂ ਕੰਡੈਮ ਕਾਫੀ ਕਰਦਾ ਰਿਹਾ ਹਾਂ, ਜਿਸ ਤਰ੍ਹਾਂ ਰਾਜ ਸਭਾ ਵਿੱਚ ਉਹਨਾਂ ਨੇ ਬਿੱਲ ਨੂੰ ਲਿਆਂਦਾ ਕੋਵਿਡ ਦੇ ਦੌਰਾਨ ਬਿਨਾਂ ਵੋਟ ਤੋਂ ਪਾਸ ਕਰਵਾਇਆ, ਉਹਨੂੰ ਅਸੀਂ ਬੜਾ ਕੰਡੈਮ ਕਰਦੇ ਰਹੇ ਹਾਂ। ਪਰ ਇੱਕ ਕਹਾਵਤ ਆ, ਦੇਰ ਆਏ ਦਰੁਸਤ ਆਏ। ਸੋ ਅੱਜ ਜੋ ਉਹਨਾਂ ਨੇ ਅਨਪ੍ਰੈਜ਼ੀਡੈਂਟਡ ਮੂਵ ਲਿਆ ਆ, ਹਾਂ ਪਹਿਲਾਂ ਵੀ ਉਹਨਾਂ ਨੇ ਲੈਂਡ ਐਕੁਇਜ਼ੀਸ਼ਨ ਬਿੱਲ ਤੇ ਉਹਨੂੰ ਵਾਪਸ ਲੈ ਲਿਆ ਸੀ, ਪਰ ਨਾਓ ਦੇਰ ਇਜ਼ ਅ ਡਿਫਰੈਂਸ। ਲੈਂਡ ਐਕੁਇਜ਼ੀਸ਼ਨ ਬਿੱਲ ਕਾਨੂੰਨ ਨਹੀਂ ਸੀ ਬਣਿਆ, ਬਿੱਲ ਹੀ ਸੀਗਾ, ਐਕਟ ਦਾ ਰੂਪ ਨਹੀਂ ਸੀ ਧਾਰਨ ਕੀਤਾ। ਤੇ ਇੱਥੇ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਭਾਰਤ ਦੇ ਵਿੱਚ ਐਕਟ ਬਣਿਆ ਹੋਇਆ, ਕਾਨੂੰਨ ਬਣਿਆ ਹੋਇਆ, ਉਹ ਇੱਕ ਨਹੀਂ ਤਿੰਨ ਕਾਨੂੰਨ ਇੱਕੋ ਹੀ ਸੀਟੇ ਦੇ ਵਿੱਚ, ਮਤਲਬ ਇੱਕੋ ਦਮ ਇੱਕ ਹੀ ਮਤਲਬ ਕਿ ਝਟਕੇ ਦੇ ਵਿੱਚ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ, ਐਲਾਨ ਕਰ ਦਿੱਤਾ ਗਿਆ। ਦੇਖੋ, ਰੱਦ ਟੈਕਨੀਕਲੀ ਤਾਂ 29 ਨਵੰਬਰ ਤੋਂ ਬਾਅਦ ਜੋ ਪਾਰਲੀਮੈਂਟ ਬੈਠੇਗੀ ਉਦੋਂ ਹੋਣਗੇ। ਪਰ ਮੇਰਾ ਮੰਨਣਾ, ਜੇ ਅਗਰ ਪ੍ਰਾਈਮ ਮਿਨਿਸਟਰ ਸਵੇਰ ਨੂੰ ਉੱਠ ਕੇ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕਰਦਾ ਹੈ ਗੁਰਪੁਰਬ ਦੇ ਦਿਨ ਦੇ ਉੱਤੇ, ਪੂਰੇ ਨੈਸ਼ਨਲ ਮੀਡੀਆ ਦੇ ਲੋਕਾਂ ਦੇ ਸਨਮੁਖ ਹੁੰਦਾ ਆ, ਸੋ ਆਪਾਂ ਨੂੰ ਮੰਨ ਹੀ ਲੈਣਾ ਚਾਹੀਦਾ ਕਿ ਸਰਕਾਰ ਨੇ ਡਿਸੀਜ਼ਨ ਲੈ ਲਿਆ ਵਾ। ਉਹਨਾਂ ਨੇ ਮਾਫੀ ਵੀ ਮੰਗੀ ਆ। ਮਾਫੀ ਜਿਸ ਤਰ੍ਹਾਂ ਮੰਗੀ ਆ, ਉਹਨਾਂ ਨੇ ਇਹ ਕਿਹਾ ਕਿ ਮੈਂ ਜੋ ਇਹ ਕਾਨੂੰਨ ਸੀਗੇ ਕਿਸਾਨਾਂ ਦੇ ਹੱਕ ਵਿੱਚ ਸੀ, ਅਸੀਂ ਪਰ ਸਮਝਾ ਨਹੀਂ ਸਕੇ, ਪਰ ਮੈਂ ਮਾਫੀ ਮੰਗਦਾ ਆ। ਪਰ ਜੋ ਵੀ ਹੋਇਆ ਆ, ਮੈਂ ਉਹਨਾਂ ਨੇ ਜੋ ਕਾਨੂੰਨ ਵਾਪਸ ਲਾਇਆ, ਮੈਂ ਉਹਦਾ ਸਵਾਗਤ ਕਰਦਾ ਆ। ਤੇ ਮੈਂ ਕਿਉਂਕਿ ਇਸ ਵਿੱਚ ਵਿਸ਼ਵਾਸ ਕਰਦਾ ਹਰਜਿੰਦਰ ਜੀ, ਕੁੜੱਤਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਰਾਦਰ ਦੈਨ ਕਿ ਦੂਰੀਆਂ ਨੂੰ ਹੋਰ ਵਧਾਇਆ ਜਾਵੇ। ਸੋ ਮੈਂ ਅੱਜ ਜੋ ਉਹਨਾਂ ਨੇ ਚੰਗਾ ਕੋਈ ਸਟੈਪ ਲਿਆ, ਮੈਂ ਉਹਦਾ ਸਵਾਗਤ ਕਰਦਾ ਹਾਂ। ਤੇ ਇੱਥੇ ਕਿਸਾਨ ਮੋਰਚੇ ਨਾਲ ਜਿੰਨੇ ਲੋਕ ਜੁੜੇ ਸੀ, ਮੈਂ ਇਕੱਲੇ ਕਿਸਾਨ ਮੋਰਚੇ ਦੇ ਲੀਡਰਾਂ ਦੀ ਗੱਲ ਨਹੀਂ ਕਰਦਾ, ਕਿਉਂਕਿ ਲੀਡਰ ਤਾਂ ਬਹੁਤ ਹੋ ਸੋਚਦੇ ਹੋ ਸਕਦੇ ਆ, ਕੋਈ ਲੈਫਟਿਸਟ, ਕੋਈ ਰਾਈਟਿਸਟ, ਕੋਈ ਸੈਂਟਰਿਸਟ, ਉਹ ਵੱਖਰੀ ਗੱਲ ਆ। ਇਹ ਜਿੱਤ ਆਮ ਲੋਕਾਂ ਦੀ ਆ, ਕਿਉਂਕਿ ਇਸ ਅੰਦੋਲਨ 'ਚ ਆਮ ਲੋਕ ਜੁੜੇ ਸੀ ਜਿਹੜੇ ਸਿਆਸਤ ਤੋਂ ਪਰਾਂ ਹੋ ਕੇ ਜੁੜੇ ਸੀ। ਉਹਨਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਲੈਣ ਦੇਣ ਨਹੀਂ ਸੀ, ਕਿਸੇ ਪੋਲੀਟੀਕਲ ਆਈਡੀਓਲੋਜੀ ਨਾਲ ਲੈਣ ਦੇਣ ਨਹੀਂ ਸੀ, ਨਾ ਉਹ ਲੈਫਟਿਸਟ ਸੀ, ਨਾ ਉਹ ਸੈਂਟਰਿਸਟ ਸੀ, ਨਾ ਉਹ ਰਾਈਟਿਸਟ ਸੀ। ਉਹ ਸਿਰਫ ਤੇ ਸਿਰਫ ਇਸ ਕਾਨੂੰਨ ਦੇ ਖਿਲਾਫ ਆਪਣੀਆਂ ਜ਼ਮੀਨਾਂ ਬਚਾਉਣ ਦੀ ਲੜਾਈ, ਆਪਣੇ ਜੋ ਉਹਨਾਂ ਨੂੰ ਲੱਗਾ ਕਿ ਕਾਨੂੰਨ ਦੇ ਵਿੱਚ ਬੁਰਾਈਆਂ ਆ ਉਹਨੂੰ ਰੱਦ ਕਰਾਉਣ ਦੀ ਲੜਾਈ, ਉਹਨਾਂ ਨੂੰ ਸਿਰਫ ਉਹਦੇ ਨਾਲੋਂ ਸੀਮਿਤ ਸੀਗੇ। ਤੇ ਉਹਦੇ ਵਿੱਚ ਜਿਹੜੀ ਆਮ ਲੋਕਾਂ ਦੀ ਇਹ ਉਹਨਾਂ ਸਾਰੇ ਲੋਕਾਂ ਦੀ ਜਿੱਤ ਡੈਫੀਨਿਟਲੀ ਮੰਨੀ ਜਾਣੀ ਚਾਹੀਦੀ ਹੈ। ਬਿਲਕੁਲ। ਤੇ ਬਾਬੂ ਜੀ, ਮੈਨੂੰ ਹੁਣ ਸਿਰਫ ਤੁਸੀਂ 2.5 ਮਿੰਟ ਦਾ ਸਮਾਂ ਦਿਓ, ਆਪਾਂ ਸਟੇਸ਼ਨ ਦੇ ਮੈਸੇਜ ਸਾਂਝੇ ਕਰਕੇ ਤੇ ਫਿਰ ਲਗਾਤਾਰ ਅੱਧਾ ਘੰਟਾ ਪੂਰਾ ਆਪਾਂ ਗੱਲ ਕਰਾਂਗੇ, ਤੇ ਜਿਹਦੇ ਵਿੱਚ ਆਪਾਂ ਫੋਨ ਕਾਲਸ ਵੀ ਲਵਾਂਗੇ ਤੇ ਫਿਰ ਬਿਨਾਂ ਕਿਸੇ ਬ੍ਰੇਕ ਦੇ ਆਪਾਂ ਗੱਲਬਾਤ ਕਰਦੇ ਹਾਂ ਜੀ, ਸਿਰਫ ਸਟੇਸ਼ਨ ਦੇ ਮੈਸੇਜ ਸਾਂਝੇ ਕਰਨ ਤੋਂ ਬਾਅਦ। Not a problem. You're listening to CIRF 1350 AM Brampton, Radio Humsafar.
इश्तिहार है तब व्यापार है। अपना बिजनेस प्रमोट करने लिए संपर्क करो 647 400 68 बार 647 400 6862 जी मीडिया ग्रुप। ਜੀ ਦੋਸਤੋ, ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ 1350 AM ਦੇ ਉੱਪਰ। ਅਸੀਂ ਆਪਣੇ ਪ੍ਰੋਗਰਾਮ ਦੇ 3rd ਆਵਰ ਦੇ ਵਿੱਚ ਪਹੁੰਚ ਗਏ ਹਾਂ ਜੀ। ਇਸ ਵੇਲੇ ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ ਤੇ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਗੁਰਸ਼ਰਨ ਬੌਬੀ ਸਿੱਧੂ ਹੋਰੀ ਸਟਾਈਨਮੈਂਟਸ ਐਂਡ ਐਸੋਸੀਏਟਸ, ਜਿੱਥੇ ਬਿਜ਼ਨਸ ਦੇ ਤੌਰ ਤੇ ਅਸੀਂ ਇਹਨਾਂ ਦੇ ਬਿਜ਼ਨਸ ਦੀ ਵੀ ਗੱਲ ਕਰਦੇ ਰਹੀਦਾ। ਇਹਨਾਂ ਦੀ ਹੈਲਪ ਲੈਣੀ ਹੋਵੇ, ਰੱਬ ਨਾ ਕਰੇ ਕਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਵਗੈਰਾ ਹੋ ਗਿਆ, ਤੁਹਾਡੇ ਸੱਟ ਫੇਟ ਲੱਗ ਗਈ ਹੈ, ਤੁਹਾਡਾ ਕਸੂਰ ਸੀ ਜਾਂ ਨਹੀਂ ਸੀ, ਤਾਂ ਉਸ ਵੇਲੇ ਇੰਸ਼ੋਰੈਂਸ ਕੰਪਨੀਜ਼ ਨਾਲ ਕਿਵੇਂ ਡੀਲ ਕਰਨਾ, ਉਹਨਾਂ ਤੋਂ ਵੱਧ ਤੋਂ ਵੱਧ ਬੈਨੀਫਿਟ ਕਿਵੇਂ ਲੈਣੇ ਆ, ਇਹਦੇ ਵਿੱਚ ਗੁਰਸ਼ਰਨ ਬੌਬੀ ਸਿੱਧੂ ਹੋਰੀ ਤੁਹਾਡੀ ਹੈਲਪ ਕਰ ਸਕਦੇ। ਇਹਨਾਂ ਦੀ ਪ੍ਰੋਫੈਸ਼ਨਲ ਟੀਮ ਬੌਬੀ ਹੋਰੀ ਖੁਦ ਜਿੱਥੇ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਤਾਂ ਉੱਥੇ ਇਹਨਾਂ ਦੇ ਪਾਰਟਨਰ ਹੈਰੀ ਸਟਾਈਨਮੈਂਟਸ ਹੋਰੀ ਉਹ ਤੁਹਾਡੀ ਸਹਾਇਤਾ ਕਰਦੇ ਆ ਤੁਹਾਡੇ ਕੇਸ ਨੂੰ ਸੈਟਲ ਕਰਨ ਦੇ ਵਿੱਚ। ਤੇ ਪਹਿਲਾਂ ਅਪ ਫਰੰਟ ਕੋਈ ਵੀ ਤੁਹਾਡੇ ਤੋਂ ਚਾਰਜਿਸ ਨਹੀਂ ਲਏ ਜਾਣੇ। ਜਦੋਂ ਤੁਹਾਡਾ ਕੇਸ ਸੈਟਲ ਹੋ ਜਾਏਗਾ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਪੇਮੈਂਟ ਜਿਹੜੀ ਉਹਦੇ ਵਿੱਚੋਂ ਚਾਰਜ ਕਰਨੀ ਹੁੰਦੀ ਹੈ। 647 539 30 647-5339 ਮਾਫ ਕਰਨਾ 647-539 3020 ਦੇ ਉੱਤੇ ਗੁਰਸ਼ਰਨ ਬੌਬੀ ਸਿੱਧੂ ਹੋਰਾਂ ਦੇ ਨਾਲ ਜਾਂ ਫਿਰ ਇਹਨਾਂ ਦੀ ਟੀਮ ਦੇ ਨਾਲ ਗੱਲ ਕੀਤੀ ਜਾ ਸਕੇਗੀ। ਸੋ ਆਜੋ ਹੁਣ ਆਪਾਂ ਜਿਹੜੀ ਸਾਡੀ ਪੋਲੀਟੀਕਲ ਡਿਸਕਸ਼ਨ ਚੱਲ ਰਹੀ ਹੈ ਇਸ ਵੇਲੇ ਕਿਸਾਨੀ ਅੰਦੋਲਨ ਨੂੰ ਲੈ ਕੇ, ਜੋ ਨਰਿੰਦਰ ਮੋਦੀ ਹੋਰੀ ਪ੍ਰਧਾਨ ਮੰਤਰੀ ਭਾਰਤ ਤੋਂ ਜਿਨ੍ਹਾਂ ਨੇ ਇੱਕ ਖਾਸ ਅਨਾਊਂਸਮੈਂਟ ਜਿੱਥੇ ਗੁਰਪੁਰਬ ਦੇ ਮੌਕੇ ਦੇ ਉੱਪਰ ਆਪਣਾ ਸੰਦੇਸ਼ ਦਿੱਤਾ, ਤੇ ਉਹਦੇ ਵਿੱਚ ਇਹਨਾਂ 3 ਕਾਨੂੰਨਾਂ ਨੂੰ ਜਿਨ੍ਹਾਂ ਦੇ ਲਈ 1 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਕਿਸਾਨਾਂ ਨੂੰ ਅੰਦੋਲਨ ਕਰਦਿਆਂ ਨੂੰ ਦੁਨੀਆ ਭਰ ਦੇ ਵਿੱਚ, ਤੇ ਉਸ ਅੰਦੋਲਨ ਦਾ ਜਿਹੜਾ ਕਹਿ ਲਈਏ ਕਿ ਹੁਣ ਗੁਰਪੁਰਬ ਵਾਲੇ ਦਿਨ ਉਹਨਾਂ ਨੇ ਜਿਸ ਰੂਪ ਦੇ ਵਿੱਚ ਆਪਣੇ ਵੱਲੋਂ ਸਮਾਪਤੀ ਕਰਨ ਦਾ ਜਿਹੜਾ ਜ਼ਿੰਮਾ ਲਿਆ, ਉਹਦਾ ਜਿੱਥੇ ਅਸੀਂ ਸਵਾਗਤ ਕਰਦੇ ਹਾਂ, ਉੱਥੇ ਇਹਦੀਆਂ ਪੋਲੀਟੀਕਲ ਅੰਦਰਲੀਆਂ ਜਿਹੜੀਆਂ ਰਮਜ਼ਾਂ ਨੇ ਉਹ ਕੀ ਨੇ, ਕਿਸ ਪਾਸੇ ਨੂੰ ਜਾਏਗੀ ਇਹ ਗੱਲਬਾਤ ਸਾਰੀ ਹੈ, ਕਿਸ ਤਰ੍ਹਾਂ ਦੇ ਨਾਲ ਪੋਲੀਟੀਕਲ ਤੌਰ ਦੇ ਉੱਤੇ ਕੌਣ ਫਾਇਦਾ ਨੁਕਸਾਨ ਲੈਣ ਦੀ ਕੋਸ਼ਿਸ਼ ਕਰੇਗਾ, ਫਾਇਦਾ ਲੈਣ ਦਾ ਕੋਸ਼ਿਸ਼ ਕਰੇਗਾ, ਨੁਕਸਾਨ ਤਾਂ ਚਲੋ ਕੀ ਹੋਣਾ, ਉਹ ਪੁੱਛਦੇ ਆ ਇਹਨਾਂ ਦੇ ਕੋਲੋਂ। ਹੋਰ ਬਾਬੂ ਜੀ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ। ਜੀ ਜੀ, ਦੇਖੋ ਹਰਜਿੰਦਰ ਜੀ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ, ਜਦੋਂ ਕਾਨੂੰਨ ਬਣਿਆ ਉਦੋਂ ਵੀ ਸਾਰਾ ਜਿਹੜਾ ਫੋਕਸ ਨਰਿੰਦਰ ਮੋਦੀ ਦੇ ਆਲੇ ਦੁਆਲੇ ਸੀ। ਹਾਂਜੀ, ਬਾਅਦ ਦੇ ਵਿੱਚ ਜਦੋਂ ਗੱਲਬਾਤ ਹੋਈ, ਗੱਲਬਾਤ ਕਿਸਾਨ ਯੂਨੀਅਨ ਦੇ ਕੋਈ ਨੁਮਾਇੰਦੇ ਆਉਂਦੇ ਸੀਗੇ, ਤਾਂ ਐਗਰੀਕਲਚਰ ਮਿਨਿਸਟਰ ਤੋਮਰ ਤੇ ਪਿਊਸ਼ ਗੋਇਲ ਜਿਹੜੇ ਆ ਉਹ ਜ਼ਿਆਦਾਤਰ ਸਰਕਾਰ ਨੂੰ ਰੈਪਰੈਜ਼ੈਂਟ ਕਰਦੇ ਰਹੇ ਆ। ਨਰਿੰਦਰ ਮੋਦੀ ਉਹਨਾਂ ਦੀ ਇਹ ਅਨਾਊਂਸਮੈਂਟ ਹੁੰਦੀ ਆ, ਜਦੋਂ ਉਹ ਮੀਡੀਆ ਸਾਹਮਣੇ ਆਉਂਦੇ ਆ, ਸਨਮੁਖ ਹੁੰਦੇ ਆ, ਉਹ ਇਹ ਵੀ ਕਰ ਸਕਦੇ ਸੀਗੇ ਕਿ ਉਹ ਆਪਣੇ ਕਿਸੇ ਮਿਨਿਸਟਰ ਦੀ ਡਿਊਟੀ ਲਾ ਦਿੰਦੇ ਜਾਂ ਕੋਈ ਪ੍ਰੈਸ ਰਿਲੀਜ਼ ਜਾਰੀ ਕਰ ਦਿੰਦੇ ਕਿ ਅਸੀਂ ਕਰਨ ਲੱਗੇ 29 ਨੂੰ ਅਸੀਂ ਫੈਸਲਾ ਕਰ ਲਿਆ ਆ। ਪਰ ਉਹਨਾਂ ਦਾ ਪੂਰਾ ਮੀਡੀਆ ਦੇ ਸਾਹਮਣੇ ਇਹ ਐਲਾਨ ਕਰਨਾ ਤੇ ਖੁਦ ਆ ਕੇ ਐਲਾਨ ਕਰਨਾ, ਖੁਦ ਐਲਾ ਕੇ ਇੱਕ ਦਬੀ ਆਵਾਜ਼ ਦੇ ਵਿੱਚ ਮਾਫੀ ਮੰਗਣੀ, ਉਹ ਤੇ ਇਹ ਮੈਨੂੰ ਲੱਗਾ ਤੇ ਜਿਹੜੀ ਭਾਸ਼ਾ ਉਹਨਾਂ ਦਾ ਇਸਤੇਮਾਲ ਕੀਤਾ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਨੇ ਇੱਕ ਕਾਈਂਡ ਆਫ ਆਪਣੀ ਗਲਤੀ ਵੀ ਮੰਨੀ ਆ, ਪਰ ਨਾਲ ਦੀ ਨਾਲ ਜੋ ਵੀ ਅੱਜ ਉਹ ਫੈਸਲਾ ਲਿਆ ਉਹਨਾਂ ਨੇ ਸਿਰਫ ਤੇ ਸਿਰਫ ਆਪਣੇ ਆਪ ਨੂੰ ਹੀ ਕ੍ਰੈਡਿਟ ਦਿੱਤਾ ਆ। ਉਹਦੇ ਵਿੱਚ ਉਹਨਾਂ ਨੇ ਕਿ ਅਗਰ ਕੋਈ ਇਹ ਸਮਝੇ ਕਿ ਕੋਈ ABCD ਧਿਰ ਉਹ ਤੋਂ ਕੋਈ ਜ਼ਿਆਦਾ ਫਾਇਦਾ ਲੈ ਸਕਦੀ ਆ, ਹਾਂ ਕੋਸ਼ਿਸ਼ ਜ਼ਰੂਰ ਕਰਨਗੀਆਂ ਬਹੁਤ ਤਰ੍ਹਾਂ, ਪਰ ਅੱਜ ਦੀ ਤਰੀਕ ਦੇ ਵਿੱਚ ਵੀ ਉਹਨਾਂ ਨੇ ਆਪਣੇ ਤੇ ਹੀ ਇਹ ਗੱਲ ਸਿੱਟੀ। ਜਿਵੇਂ ਉਹ ਆਪਾਂ ਜਾਣਦੇ ਹਾਂ ਕਿ ਉਹ ਫੋਕਸ ਆਪਣੇ ਤੇ ਹਮੇਸ਼ਾ ਚਾਹੁੰਦੇ ਆ, ਅੱਜ ਵੀ ਉਹਨਾਂ ਨੇ ਫੋਕਸ ਆਪਣੇ ਤੇ ਰੱਖਿਆ। ਸੋ ਬਹੁਤ ਸਾਰੇ ਲੋਕ ਮੰਨਦੇ ਹੋ ਕਿ ਵਿਨਰ ਕੌਣ ਸਭ ਤੋਂ ਵੱਡਾ, ਮੈਂ ਮੰਨਦਾ ਆ ਉਹ ਡੈਫੀਨੇਟਲੀ ਆਮ ਲੋਕ, ਕਿਸਾਨ ਜਥੇਬੰਦੀਆਂ ਨਾਲ ਜਿਹੜੇ ਜੁੜੇ ਸੀ ਪ੍ਰੋਟੈਸਟਰ, ਉਹ ਆ। ਤੇ ਸਿਆਸੀ ਤੌਰ ਤੇ ਨਰਿੰਦਰ ਮੋਦੀ ਨੇ ਜਿਵੇਂ ਅਨਾਊਂਸਮੈਂਟ ਕੀਤੀ ਆ, ਉਹਨਾਂ ਨੇ ਕਿਸੇ ਵੀ ਆਪਣੇ ਹੋਰ ਸਿਆਸੀ ਸ਼ਰੀਕ ਨੂੰ ਜ਼ਿਆਦਾ ਫਾਇਦਾ ਲੈਣ ਦੀ ਸੰਭਾਵਨਾ ਨਹੀਂ ਛੱਡੀ। ਸੋ ਇਹ ਉਹਨਾਂ ਨੇ ਇਸ ਤਰ੍ਹਾਂ ਅੱਜ ਅਨਾਊਂਸਮੈਂਟ ਕੀਤੀ। ਸੋ ਵਿਦਨ ਹਿਜ਼ ਓਨ ਪਾਰਟੀ ਜਾਂ ਈਵਨ ਬਾਕੀ ਪਾਰਟੀਜ਼ ਲਈ ਤੇ ਚਲੋ ਕੀ ਫਾਇਦਾ ਪਹੁੰਚਦਾ ਕਰਨਾ ਸੀ, ਉਹਨਾਂ ਨੇ ਆਪਣੀ ਪਾਰਟੀ ਦੇ ਅੰਦਰ ਵੀ ਇਹ ਕ੍ਰੈਡਿਟ ਸਾਰੇ ਦਾ ਸਾਰਾ ਆਪਣੇ ਤੱਕ ਸੈਲਫ ਸੈਂਟਰਡ ਕਰਕੇ ਰੱਖਿਆ, ਸੈਲਫ ਸੈਂਟਰਡ ਹੀ ਰੱਖਿਆ ਆ। ਰਾਈਟ। ਅੱਛਾ, ਇਹਦੇ ਵਿੱਚ ਬਹੁਤ ਸਾਰੇ ਲੋਕ ਤਾਂ ਇਹ ਵੀ, ਸੌਰੀ ਤੁਹਾਡੀ ਗੱਲ ਮੈਂ ਰੋਕਤੀ, ਇਸ ਤੋਂ ਬਾਅਦ ਫਿਰ ਆਪਾਂ 1-2 ਕਾਲਰਸ ਵੀ ਆਪਣੇ ਨਾਲ ਨੇ। ਆਪਾਂ ਦੋਸਤੋ ਬਰੀਫ ਰੱਖਦੇ ਹੋਏ ਤੁਹਾਡੀਆਂ ਕਾਲਸ ਵੀ ਔਨ ਏਅਰ ਕਰਾਂਗੇ। 905 601 1350 ਇੱਕ ਕਾਲਰ ਨੇ, ਹੁਣ ਇੱਕ ਕਾਲ ਡ੍ਰੌਪ ਹੋ ਗਈ ਹੈ। ਤੁਸੀਂ ਥੋੜ੍ਹੀ ਦੇਰ ਹੋਲਡ ਰੱਖ ਲਿਆ ਕਰੋ ਜੀ ਜਦੋਂ ਕਾਲ ਕਰਦੇ ਹੁੰਦੇ ਹੋ। ਸੋ ਆਪਾਂ ਕਾਲਸ ਔਨ ਏਅਰ ਕਰਦੇ ਹਾਂ 905 601 1350 ਪਰ ਬਰੀਫ ਰੱਖਦੇ ਹੋਏ ਤੁਹਾਡੇ ਵਿਚਾਰ ਵੀ ਸੁਣਾਂਗੇ। ਪਰ ਨਾਲ ਉਸ ਤੋਂ ਪਹਿਲਾਂ ਬਾਬੂ ਜੀ 2 ਛੋਟੇ ਛੋਟੇ ਸਵਾਲ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਜਿਹੜੀਆਂ ਬੈਕ ਟੂ ਬੈਕ ਮੀਟਿੰਗਸ ਚੱਲ ਰਹੀਆਂ ਸੀ ਔਰ ਉਹ ਵੀ ਕੋਈ ਨਾ ਕੋਈ ਪੈਂਤਰਾ ਖੇਡਣਗੇ, ਔਰ ਜਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ
ਸਾਂਝੇ ਤੌਰ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਗੱਠਜੋੜ ਕਰਕੇ ਬੀਜੇਪੀ ਦੇ ਨਾਲ ਆਪਣੀਆਂ ਸੀਟਾਂ ਦੀ ਵੰਡ ਕਰਨੀ ਹੈ, ਆਪਣੀ ਪਾਰਟੀ ਨਵੀਂ ਬਣਾ ਕੇ, ਉਹ ਤੁਹਾਨੂੰ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਗੱਲ ਦਾ ਸ਼੍ਰੇਅ ਜਾਂ ਕ੍ਰੈਡਿਟ ਕਿਸੇ ਰੂਪ 'ਚ ਜਾਏਗਾ ਜਾਂ ਜਾ ਰਿਹਾ ਹੈ, ਜਾਂ ਕੀ ਕੈਲਕੂਲੇਸ਼ਨਸ ਨੇ, ਇਨਸਾਈਡ ਸਟੋਰੀ ਕੀ ਹੈ? ਦੇਖੋ, ਲੈਣ ਦੀ ਕੋਸ਼ਿਸ਼ ਤਾਂ ਕਰਨਗੇ ਜ਼ਰੂਰ, ਪਰ ਗੱਲ ਇਹ ਹੈਗੀ ਕਿ ਭਾਰਤੀ ਜਨਤਾ ਪਾਰਟੀ ਉਹਨੂੰ ਕਿੰਨਾ ਕੁ ਦੇਣਾ ਚਾਹੇਗੀ। ਅਗਰ ਇਹ ਅਨਾਊਂਸਮੈਂਟ ਕੁਛ ਇਸ ਤਰੀਕੇ ਨਾਲ ਹੁੰਦੀ ਕਿ ਕੈਪਟਨ ਸਾਹਿਬ ਨੂੰ ਵਿਚੋਲਾ ਬਣਾਇਆ ਜਾਂਦਾ, ਕਿਸਾਨ ਜਥੇਬੰਦੀਆਂ ਦੇ ਲੀਡਰ ਸੱਦੇ ਜਾਂਦੇ, ਉੱਥੇ ਅਨਾਊਂਸਮੈਂਟ ਹੁੰਦੀ ਕਿ ਅਸੀਂ ਕਾਨੂੰਨ ਵਾਪਸ ਲੈਣ ਲੱਗੇ ਹਾਂ, ਉੱਥੇ ਡੈਫੀਨੇਟਲੀ ਕੈਪਟਨ ਦਾ ਰੋਲ ਵੱਡਾ ਲੱਗਣਾ ਸੀ। ਪਰ ਜਿਸ ਤਰ੍ਹਾਂ ਅਨਾਊਂਸਮੈਂਟ ਹੋਈ ਆ, ਕੈਪਟਨ ਨੂੰ ਕਿੰਨਾ ਕੁ ਕ੍ਰੈਡਿਟ ਦੇਣਾ ਆ ਜਾਂ ਐਟ ਆਲ ਦੇਣਾ ਵੀ ਆ, ਨਾਓ ਦੈਟਸ ਅਨਦਰ ਕੁਐਸਚਨ। ਇਹ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਆ, ਉਹਨਾਂ ਨੇ ਕੈਪਟਨ ਉੱਥੇ ਰੱਖਿਆ। ਮੈਂ ਦੇਖੋ ਰਜਿੰਦਰ, ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਆ, ਇਹ ਜਿਹੜਾ ਅੱਜ ਫੈਸਲਾ ਲਿਆ, ਜਿੱਥੇ ਪੰਜਾਬ ਬਾਰਡਰ ਸਟੇਟ ਹੈ, ਇੰਪੋਰਟੈਂਟ ਸਟੇਟ ਹੈ, ਨੋ ਡਾਊਟ, ਉਹਨੂੰ ਵੀ ਧਿਆਨ 'ਚ ਰੱਖਿਆ ਗਿਆ ਹੋਏਗਾ, ਪਰ ਸਭ ਤੋਂ ਵੱਡਾ ਧਿਆਨ ਉੱਤਰ ਪ੍ਰਦੇਸ਼ ਵੱਲ ਰੱਖਿਆ ਗਿਆ ਆ। ਦੇਖੋ, ਉੱਤਰ ਪ੍ਰਦੇਸ਼ ਦੇ ਵਿੱਚ ਵੈਸਟਰਨ ਯੂਪੀ 'ਚ ਜਿਹੜੀ ਜਾਟ ਬੈਲਟ ਆ, 2014 ਵਿੱਚ ਵੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ, 17 ਵਿੱਚ ਵੀ ਸਟੇਟ ਇਲੈਕਸ਼ਨਾਂ 'ਚ ਵੀ ਪਾਈ ਤੇ 19 ਦੇ ਵਿੱਚ ਵੀ ਪਾਈ। ਉੱਥੇ ਜਿਹੜੇ ਇਸ ਵੇਲੇ ਦੋ ਪ੍ਰਮੁੱਖ ਲੀਡਰ ਨੇ, ਇੱਕ ਤਾਂ ਉੱਭਰ ਕੇ ਆਏ ਰਾਕੇਸ਼ ਟਿਕੈਤ, ਪਰ ਰਾਕੇਸ਼ ਟਿਕੈਤ ਦੀ ਪੁਰਾਣੀ ਸਾਂਝ ਭਾਰਤੀ ਜਨਤਾ ਪਾਰਟੀ ਨਾਲ ਵੀ ਰਹੀ ਆ। ਸੋ ਰਾਕੇਸ਼ ਟਿਕੈਤ ਦੇ ਲਈ ਭਾਰਤੀ ਜਨਤਾ ਪਾਰਟੀ ਪੋਲੀਟੀਕਲੀ ਅਨਟੱਚੇਬਲ ਨਹੀਂ ਹੈਗੀ। ਅਗਰ ਮੰਗਾਂ ਪੂਰੀਆਂ ਹੋ ਗਈਆਂ, ਉਹ ਕਿਸੇ ਨਾ ਤਰੀਕੇ ਨਾਲ ਉਹਨਾਂ ਨਾਲ ਕੋਈ ਆਪਣਾ ਸਮਝੌਤਾ ਵੀ ਕਰ ਸਕਦੇ ਆ। ਗਾਂ ਤੁਸੀਂ ਉੱਥੇ ਮੇਨ ਪਲੇਅਰ ਜਯੰਤ ਸਿੰਘ ਚੌਧਰੀ, ਜਿਹੜੇ ਚੌਧਰੀ ਚਰਨ ਸਿੰਘ ਜੀ ਦੇ ਪੋਤਰੇ ਨੇ, ਚੌਧਰੀ ਅਜੀਤ ਸਿੰਘ ਦੇ ਸਪੁੱਤਰ ਨੇ, ਜਿਹੜੀ ਉੱਥੇ ਰਾਸ਼ਟਰੀ ਲੋਕ ਦਲ ਆ ਉਹਦੇ ਹੁਣ ਲੀਡਰ ਨੇ, ਪ੍ਰਧਾਨ ਨੇ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ। ਸੋ ਕਿਸਾਨੀ ਬਿਲਟ ਵਿੱਚ ਉਹਨਾਂ ਦਾ ਵੀ ਆਧਾਰ ਆ, ਤੇ ਉਹਨਾਂ ਦੇ ਬਾਰੇ ਤੇ ਉਹਨਾਂ ਦੇ ਪਿਤਾ ਜੀ ਦੇ ਬਾਰੇ ਮਸ਼ਹੂਰ ਸੀਗੀ ਗੱਲ ਕਿ ਜਿਹੜੀ ਕੇਂਦਰ ਸਰਕਾਰ ਹੋਵੇ ਉਹਨਾਂ ਬਣਾ ਲੈਂਦੇ ਆ। ਉਹ ਵਾਜਪਾਈ ਸਾਹਿਬ ਵੇਲੇ ਵੀ ਮੰਤਰੀ ਰਹਿ ਗਏ ਤੇ ਉਹ ਬਾਅਦ 'ਚ ਮਨਮੋਹਨ ਸਿੰਘ ਵੇਲੇ ਵੀ ਰਹਿ ਗਏ। ਸੋ ਜਯੰਤ ਸਿੰਘ ਹੁਣਾਂ ਲਈ ਵੀ ਭਾਰਤੀ ਜਨਤਾ ਪਾਰਟੀ ਅਨਟੱਚੇਬਲ ਨਹੀਂ ਹੈਗੀ, ਪਰ ਉਹ ਜਿੰਨੀ ਦੇਰ ਤੱਕ ਕਾਨੂੰਨ ਵਾਪਸ ਨਹੀਂ ਸੀ ਹੁੰਦੇ, ਉਨੀ ਦੇਰ ਤੱਕ ਹੱਥ ਨਹੀਂ ਸੀ ਮਿਲਾ ਸਕਦੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਪਿਛਲੀ ਵਾਰੀ ਇਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀਗੀ ਜਯੰਤ ਸਿੰਘ ਹੁਣਾਂ ਦੀ, ਉਹ ਵੀ ਚਾਹੁੰਣਗੇ ਕਿ ਉਹ ਕਿਸੇ ਨਾ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਜਾਂ ਹੋਰ ਕਿਸੇ ਨਾਲ ਆਪਣਾ ਕੋਈ ਸਮਝੌਤਾ ਕਰ ਸਕਣ, ਮੁੜ ਕੇ ਪਾਰਲੀਮੈਂਟ ਜਾਂ ਸਟੇਟ ਅਸੈਂਬਲੀ 'ਚ ਇੱਕ ਰੋਲ ਅਦਾ ਕਰ ਸਕਣ। ਸੋ ਇਹ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਹੁਣਾਂ ਦਾ ਵੈਸਟਰਨ ਯੂਪੀ ਦੀ ਜਿਹੜੀ ਬੈਲਟ ਆ ਉਹਦੇ ਵਿੱਚ ਆਪਣਾ ਘੱਟਦਾ ਪ੍ਰਭਾਵ ਦੇਖਣ ਲਈ। ਸੋ ਇਹ ਜਿਹੜੀ ਸਾਰੀ ਟਾਈਮਿੰਗ ਹੈ, ਜਿੱਥੇ ਮੈਂ ਪਹਿਲਾਂ ਵੀ ਥੋੜਾ ਜਿਹਾ ਟੱਚ ਬੇਸ ਕੀਤਾ ਸੀ ਕਿ ਇਹਦੇ ਫੈਸਲੇ ਇਸ ਤਰ੍ਹਾਂ ਦੇ, ਜੇ ਆਪਾਂ ਗੁਰਪੁਰਬ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਪਹਿਲਾਂ ਵੀ ਬਹੁਤ ਸਾਰੇ ਮੌਕੇ ਇੱਦਾਂ ਦੇ ਸੀ ਪਿਛਲੇ 1 ਸਾਲ ਤੋਂ ਲੈ ਕੇ ਹੁਣ ਤੱਕ। ਇਹ ਟਾਈਮਿੰਗ ਤੁਹਾਨੂੰ ਲੱਗ ਰਿਹਾ ਵੀ ਜ਼ਿਆਦਾ ਇਸ ਗੱਲ ਨੂੰ? ਦੇਖੋ, ਟਾਈਮਿੰਗ ਇਹ ਆ ਕਿ ਜਿਹੜਾ ਇਹ ਪ੍ਰੋਟੈਸਟ ਆ, ਆਪਾਂ ਇਸ ਗੱਲ ਤੋਂ ਵੀ ਅਣਗੌਲੇ ਨਹੀਂ ਹੋ ਸਕਦੇ ਜਿੱਥੇ ਹਰਿਆਣੇ ਦੇ ਵੀਰ, ਵੈਸਟਰਨ ਯੂਪੀ ਦੇ ਵੀਰਾਂ ਦਾ ਬਹੁਤ ਵੱਡਾ ਰੋਲ ਆ, ਪਰ ਸਾਨੂੰ ਇੱਕ ਗੱਲ ਮੰਨਣੀ ਪੈਣੀ ਆ, ਜੇਕਰ ਅਸੀਂ ਇਸ ਪ੍ਰੋਟੈਸਟ ਤੋਂ ਪੰਜਾਬ ਦੇ ਫਾਰਮਰ ਨੇ, ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਐਂਟਰੀ ਕੀਤੀ ਆ ਹਰਿਆਣੇ ਵਿੱਚ ਜਾਂ ਬੈਰੀਕੇਡਸ ਤੋੜਦਿਆਂ ਨੇ ਦਿੱਲੀ ਪਹੁੰਚੇ ਨੇ, ਤੇ ਉਹਦੇ ਵਿੱਚ ਵੀ ਹਰਜਿੰਦਰ ਜੀ ਦੇਖੋ, ਮੈਨੂੰ ਪਤਾ ਆਪਾਂ ਨੂੰ ਧਾਰਮਿਕ ਐਂਗਲ ਨਹੀਂ ਦੇਣਾ ਚਾਹੀਦਾ, ਪਰ ਅਗਰ ਤੁਸੀਂ ਇਹਦੇ ਵਿੱਚ ਪੂਰੇ ਅੰਦੋਲਨ 'ਚੋਂ ਸਿੱਖੀ ਸਪਿਰਿਟ ਨੂੰ ਕੱਢ ਲਓ, ਇੱਕ ਸੱਚ ਆ ਕਿ ਜਦੋਂ ਇਸ ਪੂਰੇ ਅੰਦੋਲਨ ਵਿੱਚ ਇੱਕ ਸਿੱਖੀ ਸਪਿਰਿਟ ਆ ਗਿਆ, ਲੰਗਰ ਦੇਖੋ, ਇੱਕ ਸਿੱਖ ਮਰਿਆਦਾ ਦੀ ਲੰਗਰ ਦਾ ਇੰਪੋਰਟੈਂਸ ਬਹੁਤ ਵੱਡੀ ਆ, ਇਹੋ ਜਿਹੀਆਂ ਚੀਜ਼ਾਂ ਐਡ ਹੋ ਗਈਆਂ। ਇਹ ਉਹਦੇ ਵਿੱਚ ਇੱਕ ਸਿੱਖ ਭਾਈਚਾਰੇ ਦਾ ਅਹਿਮ ਰੋਲ ਸੀਗਾ, ਜਦ ਦੇਗ ਤੇਗ ਫਤਿਹ ਵਾਲਾ ਕੌਨਸੈਪਟ ਹੈਗਾ ਆ, ਉਹ ਇੱਕ ਪ੍ਰਮੁੱਖ ਰੋਲ ਅਦਾ ਕਰਦਾ ਰਿਹਾ ਇਸ ਅੰਦੋਲਨ ਦੇ। ਆਪਾਂ ਨਾ ਬਾਬੂ ਜੀ ਅੱਗੇ ਵੀ ਗੱਲ ਕਰਦੇ ਰਹੇ ਹਾਂ ਕਿ ਇਹ ਸ਼ਾਇਦ ਬਿਊਟੀ ਹੈ ਸਾਡੇ ਇਸ ਸਿਸਟਮ ਦੀ, ਕਿ ਬਹੁਤ ਸਾਰੇ ਅੰਦੋਲਨ ਕਈ ਵਾਰੀ ਆਪਾਂ ਦੇਖੇ ਨੇ ਜਿਹੜੇ ਜੇ ਮੰਨ ਲੈਂਦੇ ਸ਼ਾਂਤਮਈ ਤਰੀਕੇ ਦੇ ਨਾਲ ਵੀ ਹੋਏ ਹੋਣਗੇ ਤਾਂ ਉਹ ਵਿਚਾਰੇ ਜਿਹੇ ਬਣ ਕੇ ਹੋਏ। ਇੱਥੇ ਪੂਰੇ ਭਾਵੇਂ ਸ਼ਾਂਤਮਈ ਵੀ ਸੀ, ਪਰ ਨਾਲ ਦੀ ਨਾਲ ਪੂਰੀ ਐਨਰਜੀ, ਪੂਰੀ ਐਕਸਾਈਟਮੈਂਟ, ਪੂਰਾ ਜੋਸ਼, ਪੂਰਾ ਦਬਕਾ ਵੀ ਨਾਲ ਸੀ। ਸੋ ਸ਼ਾਇਦ ਇਹ ਬਿਊਟੀ ਹੈ ਸਾਡੀ ਕੌਮ ਦੀ, ਕਮਿਊਨਿਟੀ ਦੀ, ਭਾਈਚਾਰੇ ਦੀ। ਨਾਲ ਇਹੀ ਗੱਲ ਕਰਨਾ, ਉਹ ਸਪਿਰਿਟ ਕਰਕੇ ਉਹਦਾ ਸਭ ਤੋਂ ਵੱਡਾ ਰੋਲ ਇਹ ਸੀ। ਸੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਚੁਣਨਾ, ਤੇ ਨਾਲੇ ਟਾਈਮਿੰਗ ਦੀ ਅਗਰ ਗੱਲ ਕਰਦੇ ਹਾਂ ਕਿ ਅਗਰ ਤੁਸੀਂ ਕਾਨੂੰਨ ਯੂਪੀ ਜਾਂ ਪੰਜਾਬ ਜਾਂ ਉੱਤਰਾਖੰਡ ਦੀ ਇਲੈਕਸ਼ਨ ਤੋਂ ਪਹਿਲਾਂ ਵਾਪਸ ਲੈਣੇ ਆ, ਦਿਨ ਸਿਰਫ 10-12 ਹੀ ਰਹਿ ਗਏ ਆ, ਕਿਉਂਕਿ 29 ਨਵੰਬਰ ਤੋਂ ਇਹ ਸੈਸ਼ਨ ਸ਼ੁਰੂ ਹੋਣਾ ਤੇ ਉਹ ਸ਼ਾਇਦ ਲਾਸਟ ਸੈਸ਼ਨ ਆ ਬਿਫੋਰ ਇਲੈਕਸ਼ਨਸ। ਅਗਰ ਇਹ ਕਾਨੂੰਨ ਵਾਪਸ ਹੋਣੇ ਆ ਤਕਨੀਕੀ ਤੌਰ ਤੇ, ਟੈਕਨੀਕਲੀ ਉਹ ਸੈਸ਼ਨ ਦੇ ਵਿੱਚ ਹੀ ਵਾਪਸ ਹੋ ਸਕਦੇ ਆ।
ਸੋ ਉਹਨਾਂ ਕੋਲ ਦਿਨ ਵੀ ਨਹੀਂ ਸੀ। ਸੋ ਮੈਨੂੰ ਲੱਗਦਾ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਜੋ ਗੁਰਪੁਰਬ ਦਾ ਦਿਨ ਚੁਣਿਆ ਗਿਆ, ਦੇਖੋ ਬਹੁਤ ਮੈਂ ਮੰਨਦਾ, ਇਹਨੂੰ ਵੱਡੀ ਗੱਲ ਮੰਨਦਾ। ਦੇਖੋ ਸਾਡੇ ਸਿੱਖ ਭਾਈਚਾਰੇ ਖੁਸ਼ੀ ਦੀ ਗੱਲ ਆ, ਇੱਕ ਚੰਗਾ ਜੈਸਚਰ ਵੀ ਆ। ਅਗਰ ਨਰਿੰਦਰ ਮੋਦੀ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੇ ਪ੍ਰਤੀ ਦੋਸਤੀ ਦਾ ਹੱਥ ਵਧਾਇਆ ਹੈ, ਮੈਂ ਉਹਨੂੰ ਕੋਈ ਮਾੜੀ ਗੱਲ ਨਹੀਂ ਕਹਿੰਦਾ, ਉਹਦਾ ਗੁੱਡ ਜੈਸਚਰ ਹੈ। ਕਿਸੇ ਦਾ ਵੀ ਚੰਗਾ ਜੈਸਚਰ ਆ, ਉਹਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ। ਸੋ ਟਾਈਮਿੰਗ ਇਹ ਦੇਖਦੇ ਹੋਏ, ਹਾਂ, ਪਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਡੈਫੀਨੇਟਲੀ ਇਸ ਗੱਲ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਟਵੀਟ ਵੀ ਕੀਤਾ ਆ, ਹੋਰ ਵੀ ਗੱਲਾਂ ਕੀਤੀਆਂ ਆ, ਪਰ ਮੈਂ ਫਿਰ ਇਸ ਗੱਲ ਤੇ ਕਹਿੰਦਾ, ਭਾਰਤੀ ਜਨਤਾ ਪਾਰਟੀ ਕੈਪਟਨ ਨੂੰ ਕਿੰਨਾ ਕੁ ਦੇਣਾ ਚਾਹੇਗੀ ਕ੍ਰੈਡਿਟ, ਇਹ ਕੁਐਸਚਨ ਮਾਰਕ ਰਹੇਗਾ। ਠੀਕ ਹੈ, ਅੱਛਾ, ਇਹਦੇ ਲਈ ਦੋਸਤੋ ਕਿੰਨਾ ਉਹਨਾਂ ਦੀ ਦੋਸਤੀ ਵਧਾਉਣੀ ਆ। ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਅੱਜ ਕਹਿਤਾ ਅਸੀਂ ਇਹਨਾਂ ਨਾਲ ਅਲਾਇੰਸ ਨਹੀਂ ਰੱਖਾਂਗੇ, ਪਰ ਮੈਨੂੰ ਵੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ 2022 ਤੱਕ ਦੀ ਗੇਮ ਤਾਂ ਕੁਝ ਹੋਰ ਹੈ, ਉਸ ਤੋਂ ਬਾਅਦ ਕੁਝ ਹੋਰ ਹੋ ਸਕਦੀ ਆ। ਇਸ ਸਮਝੌਤੇ ਦਾ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਆ। ਮੈਂ ਇਹ ਨਹੀਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਣੀ ਤੇ ਉਹਨਾਂ ਨੇ ਸੀਟਾਂ ਜਿੱਤ ਲੈਣੀਆਂ ਆ, ਪਰ ਜਿੱਥੇ ਪਹਿਲਾਂ ਉਹ ਬਾਹਰ ਨਹੀਂ ਸੀ ਨਿਕਲ ਸਕਦੇ, ਉਹ ਥੋੜੇ ਰਸਤੇ ਹੁਣ ਉਹਨਾਂ ਦੇ ਪੱਧਰੇ ਹੋ ਜਾਣਗੇ। ਉਹ ਹਰਜਿੰਦਰ ਜੀ, ਪਹਿਲਾਂ ਜਿਹੜੀ ਇਲੈਕਸ਼ਨ ਸੀ ਪੰਜਾਬ ਦੇ ਵਿੱਚ, ਜਿਹੜੀ ਸੱਤਾਧਾਰੀ ਪਾਰਟੀ ਹੈ ਕਾਂਗਰਸ ਪਾਰਟੀ, ਉਹ ਇਹ ਚਾਹੁੰਦੀ ਸੀ ਕਿ ਇਹ ਇਲੈਕਸ਼ਨ ਕਿਸਾਨੀ ਅੰਦੋਲਨ ਜੋ ਚੱਲ ਰਿਹਾ ਉਹਦੇ ਵਿੱਚ ਹੀ ਨਿਕਲ ਜਾਵੇ, ਤਾਂ ਕਿ ਲੋਕਾਂ ਦਾ ਅਟੈਂਸ਼ਨ ਡਿਵਰਟਡ ਆ, ਲੋਕਲ ਇਸ਼ੂਜ਼ ਦੀ ਘੱਟ ਗੱਲ ਹੋਵੇ। ਜਿਹੜੇ ਆਹ ਇਸ਼ੂ ਆ ਸੈਂਟਰ ਗਵਰਨਮੈਂਟ ਦਾ, ਜਿਹੜਾ ਕਿ ਲੋਕ ਸਭਾ 'ਚ ਭਾਰਾ ਹੋਣਾ ਚਾਹੀਦਾ, ਉਹੀ ਵਿਧਾਨ ਸਭਾ ਦੀ ਇਲੈਕਸ਼ਨ 'ਚ ਜ਼ਿਆਦਾਤਰ ਰਵੇ। ਪਰ ਹੁਣ ਅੱਜ ਦੀ ਗੱਲ ਤੋਂ ਬਾਅਦ, ਜਦੋਂ ਅਗਲੇ ਹਫ਼ਤੇ 1929 ਤੋਂ ਬਾਅਦ ਇੱਕ ਪੂਰੇ ਕਾਨੂੰਨ ਪਾਰਲੀਮੈਂਟ ਦੇ ਵਿੱਚ ਪਾਸ ਹੋ ਕੇ ਵਾਪਸ ਹੋ ਜਾਣੇ ਆ, ਸਹੀ ਪ੍ਰਕਿਰਿਆ ਹੋ ਜਾਣੀ ਆ, ਉਸ ਵੇਲੇ ਜਿਹੜੀ ਪੰਜਾਬ ਸਰਕਾਰ ਆ ਉਹ ਕੈਟਾਗਰੀ 'ਚ ਖੜੀ ਹੋ ਜਾਏਗੀ, ਕਿਉਂਕਿ ਜਿਹੜੀ ਕਿਸਾਨੀ ਜਥੇਬੰਦੀਆਂ ਆ ਉਹ ਵੀ ਇਹ ਚਾਹੁਣਗੀਆਂ ਕਿ ਉਹਨਾਂ ਤੇ ਕੋਈ ਇਹ ਉਂਗਲ ਨਾ ਕਰ ਸਕੇ ਕਿ ਇਹ ਇੱਕ ਧਿਰ ਦੀ ਗੱਲ ਕਰਦੇ ਆ, ਇੱਕ ਧਿਰ ਨੇ ਇਹਨਾਂ ਨੂੰ ਇਸਤੇਮਾਲ ਕੀਤਾ ਹੈ। ਅੱਛਾ, ਤੇ ਇਹਦੇ ਵਿੱਚੋਂ ਲੱਗਦਾ ਬਾਬੂ ਜੀ ਤੁਹਾਨੂੰ ਹੁਣ, ਔਰ ਮੈਂ ਨਾਲ ਹੀ ਦੋਸਤੋ ਬੇਨਤੀ ਕਰਦਾ ਕਿ ਜੇ ਸਾਡਾ ਸਰੋਤਾ ਵੀ ਕੋਈ ਆਪਣੀ ਗੱਲ ਕਰਨੀ ਚਾਹੁੰਦਾ ਤਾਂ 905 601 1350 ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ। ਤੇ ਨਾਲ ਹੀ ਮੈਂ ਇਹ ਵੀ ਪੁੱਛਣਾ ਚਾਹਾਂਗਾ ਸਾਡੇ ਸਰੋਤਿਆਂ ਨੂੰ ਵੀ, ਉਹ ਕ੍ਰੈਡਿਟ ਕਿਹਨੂੰ ਦਿੰਦੇ ਆ? ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਵੱਡਾ ਕ੍ਰੈਡਿਟ ਕਿਹਦਾ ਹੈ? ਕ੍ਰੈਡਿਟ ਸਭ ਤੋਂ ਜ਼ਿਆਦਾ ਤਾਂ ਹੈਗਾ ਆਮ ਲੋਕਾਂ ਦਾ, ਕਿਸਾਨ ਜਿਹੜੇ ਇਸ ਮੋਰਚੇ ਵਿੱਚ ਸ਼ਾਮਿਲ ਹੋਏ ਆ। ਪਰ ਮੈਂ ਫਿਰ ਜੇ ਮੈਂ ਗੱਲ ਕੰਪਲੀਟ ਕਰਨੀ ਚਾਹੁੰਦਾ ਜੀ, ਜਿਹੜੀ ਇਹ ਯੂਨੀਅਨ ਸੀਗੀਆਂ ਜਾਂ ਹੋਰ ਜਿਹਨਾਂ ਨੇ ਲੀਡ ਕੀਤਾ ਆ, ਜੋ ਕਹਿੰਦੇ ਆ ਕਿ ਅਸੀਂ ਪੋਲੀਟੀਕਲੀ ਮੋਟੀਵੇਟਡ ਨਹੀਂ ਸੀ, ਹੁਣ ਇਸ ਇਸ਼ੂ ਨੂੰ ਸੋਲਵ ਕਰਨ ਤੋਂ ਬਾਅਦ ਪੰਜਾਬ ਦੀ ਇਲੈਕਸ਼ਨ ਆ ਰਹੀ ਆ, ਅਗਰ ਉਹ ਪੰਜਾਬ ਸਰਕਾਰ ਤੋਂ ਜੋ ਕਰਜ਼ਾ ਮੁਆਫੀ ਦੀ ਗੱਲ ਨਹੀਂ ਕਰਨਗੇ, ਜੋ ਕਿਸਾਨਾਂ ਨਾਲ ਵਾਅਦਾ ਸੀਗਾ, ਜਾਂ DAP ਖਾਦ ਦਾ ਬਹੁਤ ਵੱਡਾ ਇਸ਼ੂ ਬਣ ਬੈਠਾ ਵਾ ਪੰਜਾਬ 'ਚ, ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਲੱਗੇਗਾ ਇਹ ਸਿਆਸੀ ਮੋਟੀਵੇਟਡ ਸੀਗਾ। ਸੋ ਅੱਜ ਪੰਜਾਬ ਕਾਂਗਰਸ ਜਿਹੜੀ ਆ ਉਹ ਜਿੱਥੇ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ, ਮੈਨੂੰ ਲੱਗਦਾ ਥੋੜੀ ਚਿੰਤਾ ਵੀ ਵੱਧ ਗਈ ਹੋਏਗੀ ਕਿ ਇਲੈਕਸ਼ਨ ਦੇ ਵਿੱਚ ਇਸ਼ੂ ਜਿਹੜੇ ਆ ਉਹ ਲੋਕਲਾਈਜ਼ਡ ਹੋ ਜਾਣੇ ਆ। ਉਹਨਾਂ ਦੇ ਕੋਲੋਂ ਜਿਹੜਾ ਵੱਡਾ ਮੁੱਦਾ ਸੀ ਉਹ ਖੋਲਿਆ, ਤੇ ਲੋਕਲਾਈਜ਼ਡ ਇਸ਼ੂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਸਵਾਲ ਹੋਣੇ ਆ, ਕਿਉਂਕਿ ਜਿਹੜਾ ਇਹ 3 ਕਾਨੂੰਨਾਂ ਦਾ ਇੱਕ ਹਿੱਸਾ ਉਹ ਦਿੱਲੀ ਸਰਕਾਰ ਨੇ ਲਾਗੂ ਕੀਤਾ ਜਾਂ ਟ੍ਰੇਡ ਐਂਡ ਕਾਮਰਸ ਹੇਠਾਂ। ਅਕਾਲੀ ਦਲ ਤੇ ਵੀ ਸਵਾਲ ਹੋਣੇ ਆ ਕਿ ਤੁਸੀਂ ਪਹਿਲਾਂ ਹਿੱਸਾ ਰਿਹਾ, ਬਾਅਦ ਆਏ ਆ ਕਿ ਕੱਲ੍ਹ ਨੂੰ ਬੀਬਾ ਹਰਸਿਮਰਤ ਕੌਰ ਫਿਰ ਸਰਕਾਰ 'ਚ ਵਾਪਸ ਜਾਊ। ਇਹ ਸਾਰੇ ਲੋਕਲਾਈਜ਼ਡ ਇਸ਼ੂ ਬਣ ਜਾਣੇ ਆ। ਤੇ ਭਾਰਤੀ ਜਨਤਾ ਪਾਰਟੀ ਜਦੋਂ ਪਹਿਲਾਂ ਪ੍ਰਚਾਰ ਨਹੀਂ ਸੀ ਕਰ ਸਕਦੀ, ਸ਼ਹਿਰਾਂ ਵਿੱਚ ਜਿੰਨਾ ਪ੍ਰਭਾਵ ਹੈ ਉਹ ਕਰਨ ਦੀ ਕੋਸ਼ਿਸ਼ ਕਰੇਗੀ। ਮੈਂ ਫਿਰ ਕਹਿ ਦਵਾਂ, ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਸੀਟਾਂ ਜਿੱਤ ਜਣੀਆਂ ਜਾਂ ਕੁਛ ਕਰ ਲੈਣਾ, ਪਰ ਅਗਰ ਉਹ ਸ਼ਹਿਰੀ ਵੋਟਰਾਂ ਵਿੱਚ 2-3% ਵੀ ਵੋਟ ਆਪਣੀ ਵਧਾ ਲੈਂਦੀ ਆ, ਉਹ ਆਫਟਰ ਆਲ ਕਾਂਗਰਸ ਦੇ ਖਾਤੇ 'ਚੋਂ ਨਿਕਲਣੀ, ਕਿਉਂਕਿ ਪਿਛਲੀ ਵਾਰੀ ਕਾਂਗਰਸ ਦੀ ਜਿੱਤ ਸ਼ਹਿਰੀ ਵੋਟਰਾਂ ਦੇ ਕਾਰਨ ਹੀ ਹੋਈ ਸੀ। ਸੋ ਇਲੈਕਸ਼ਨ ਮੈਨੂੰ ਲੱਗਦਾ ਜਿਹੜੀ ਤ੍ਰਿਕਾਂਸ਼ੂ ਵਿਧਾਨ ਸਭਾ ਤੁਸੀਂ ਆਪਾਂ ਮੰਨਦੇ ਆ ਕਿ ਉੱਥੇ ਪਤਾ ਨਹੀਂ ਲੱਗਣਾ ਕਿਹੜੀ ਸਰਕਾਰ ਆ ਜਾਣੀ ਹੈ, ਲੰਗੜੀ ਸਰਕਾਰ। ਹਾਲਾਤ ਇਹੋ ਜਿਹੇ ਬਣ ਗਏ ਆ ਹਰਜਿੰਦਰ ਜੀ, ਤੁਸੀਂ ਹੁਣ ਅੱਜ ਪੁੱਛੋ ਕਿ ਪੰਜਾਬ ਦਾ ਸਿਆਸੀ ਦ੍ਰਿਸ਼ ਕੀ ਸਰਕਾਰ ਕਿਹਦੀ ਬਣ ਸਕਦੀ ਆ, ਅੱਜ ਦੇ ਫੈਸਲੇ ਤੋਂ ਬਾਅਦ ਇਹ ਵੱਡਾ ਕੁਐਸਚਨ ਮਾਰਕ ਆ। ਕੈਪਟਨ ਅਮਰਿੰਦਰ ਸਿੰਘ ਜਿੱਥੇ ਅਨਟੱਚੇਬਲ ਲੱਗ ਰਹੇ ਸੀ, ਅਗਰ ਉਹ BJP ਨਾਲ ਰਲਦੇ ਆ, ਉਹ ਕਹਿੰਦੇ ਕਿ ਕਿਸਾਨੀ ਫੈਸਲਾ ਜਿਹੜਾ ਇਹ ਮੋਰਚੇ ਦੇ ਵਿੱਚ ਮੈਂ ਅਹਿਮ ਰੋਲ ਪਲੇ ਕੀਤਾ, ਫੈਸਲਾ ਮੈਂ ਕਰਾਇਆ, ਤਾਂ ਉਹ ਅਨਟੱਚੇਬਿਲਿਟੀ ਕੁਛ ਹੱਦ ਤੱਕ ਘੱਟ ਜਾਏਗੀ। ਤੇ ਜਿਹੜੇ ਕਾਂਗਰਸੀ ਇਹਨੂੰ ਨਵਜੋਤ ਸਿੱਧੂ 25 ML ਦੀ ਟਿਕਟ ਕੱਟਣ ਦੀ ਗੱਲ ਕਰਦਾ ਆ, ਦਰਵਾਜ਼ਾ ਹੋਰ ਖੁੱਲ ਜਾਏਗਾ। ਸੋ ਸਿਚੁਏਸ਼ਨ ਜਿਹੜੀ ਆ ਡਾਵਾਡੋਲ
ਹੁੰਦੀ ਜਾਪ ਰਹੀ ਆ ਮੈਨੂੰ। ਆਪਾਂ ਸੁਣਦੇ ਹਾਂ ਸਾਡੇ ਸਰੋਤੇ ਕੀ ਕਹਿੰਦੇ ਆ ਜੀ, ਦੇਖਦੇ ਹਾਂ ਉਹਨਾਂ ਦੇ ਵਿਚਾਰ ਵੀ ਸੁਣ ਲਈਏ ਕਿ ਉਹਨਾਂ ਨੂੰ ਕੀ ਲੱਗਦਾ ਕਿ ਚਲੋ ਆਪਾਂ ਪੋਲੀਟੀਕਲੀ ਜੇ ਗੱਲ ਕਰਨੀ ਹੋਵੇ ਖਾਸ ਤੌਰ ਦੇ ਉੱਤੇ, ਚਲੋ ਆਮ ਲੋਕਾਂ ਦੀ ਤਾਂ ਦੋਸਤੋ ਅਸੀਂ ਗੱਲ ਕਰ ਦਿੱਤੀ, ਪਰ ਪੋਲੀਟੀਕਲੀ ਤੁਹਾਨੂੰ ਕੀ ਲੱਗਦਾ ਕਿ ਕਿਹਨੂੰ ਸਭ ਤੋਂ ਵੱਧ ਫਾਇਦਾ ਹੋਏਗਾ ਇਸ ਫੈਸਲੇ ਦੇ ਨਾਲ? 905-601-1350 ਤੇ ਤੁਸੀਂ ਕਾਲ ਕਰ ਸਕਦੇ ਹੋ। ਦਿਨੇਸ਼ ਜੀ ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਇਹ ਮਤਲਬ ਕਿ ਸਾਰਿਆਂ ਦੀ ਆਮ ਜਿਹੜੇ ਲੋਕ ਉੱਥੇ ਬੈਠੇ ਸੀ ਉਹ ਸਾਰਿਆਂ ਦੀ ਜਿੱਤ ਆ। ਹਾਂਜੀ ਹਾਂਜੀ, ਉਹਨਾਂ ਤੋਂ ਇਲਾਵਾ ਜੇ ਆਪਾਂ ਮੰਨੀਏ ਤਾਂ ਕਿਹਨੂੰ ਸਭ ਤੋਂ ਵੱਧ ਫਾਇਦਾ ਹੋਏਗਾ ਜੀ? ਦੂਜੀ ਗੱਲ ਫਾਇਦਾ ਤਾਂ ਇਹਦਾ ਬੀਜੇਪੀ ਨੇ ਲੈ ਕੇ ਜਾਣਾ, ਕਿਉਂਕਿ ਇੱਕ ਮੁੱਦਾ ਜਿਹੜਾ ਸਟਰੋਂਗ ਮੁੱਦਾ ਸੀ ਉਹ ਨਿਕਲ ਗਿਆ। ਜਿਹੜੀ ਤੀਜੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਪਿਛਲੇ 1.25 ਸਾਲ ਤੋਂ ਇਹ ਜੋ ਹੋਇਆ ਹੈ ਨਾ, ਇਹਦੇ ਵਿੱਚ ਬਹੁਤ ਲੋਕਾਂ ਨੇ ਆਪਸ ਵਿੱਚ ਬੈਰ ਵਿਰੋਧ ਵੀ ਪਾਏ, ਪੋਲੀਟੀਕਲ ਵਾਲੇ ਲੜਾਈਆਂ ਵੀ ਕੀਤੀਆਂ, ਬਹੁਤ ਕੁਝ ਹੋਇਆ ਹੈ ਨਾ। ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਪਿੱਛੇ ਲੜ ਕੇ ਆਪਣਾ ਭਾਈਚਾਰਾ ਨਹੀਂ ਖਰਾਬ ਕਰਨਾ ਚਾਹੀਦਾ, ਤੇ ਕਿਉਂਕਿ ਕਿਸੇ ਵੇਲੇ ਵੀ ਕੋਈ ਵੀ ਯੂ ਟਰਨ ਮਾਰ ਸਕਦੇ ਆ, ਇਸ ਕਰਕੇ ਆਪਣੇ ਆਪ ਨੂੰ ਆਪਣੀ ਭਾਈਚਾਰੇ ਬਣਾ ਕੇ ਰੱਖੋ। ਹੁਣ ਵੀ ਲੋਕਾਂ ਨੂੰ ਇਹ ਚਾਹੀਦਾ ਕਿ ਬੁਲੀ ਨਹੀਂ ਹੋਣੀ ਚਾਹੀਦੀ, ਚਾਹੇ ਬੁਲਿੰਗ ਨਾ ਹੋਵੇ। ਇਹ ਗੱਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਆਪਾਂ ਇਹ ਨਾ ਹੋਵੇ ਵੀ ਇਹ ਚੀਜ਼ ਜਿਹੜੀ ਹੈ ਨਾ ਇਹਦੇ ਨਾਲ ਭਾਈਚਾਰਾ ਖਰਾਬ ਹੁੰਦਾ ਹੈ, ਉਹਨੂੰ ਖਰਾਬ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਪੋਲੀਟੀਕਲ ਪਾਰਟੀਆਂ ਇਹਨਾਂ ਦੀ ਗੇਮ ਆ, ਇਹ ਇਹਨਾਂ ਨੇ ਕਰਦੇ ਰਹਿਣਾ। ਇਹ ਘੁੰਮ ਜਾਂਦੇ ਆ, ਕਿਸੇ ਵੇਲੇ ਵੀ ਯੂ ਟਰਨ ਮਾਰ ਸਕਦੇ, ਤੇ ਉਹਨਾਂ ਲੋਕਾਂ ਨੂੰ ਇਹ ਸਬਕ ਮਿਲ ਗਿਆ ਹੋਣਾ ਜਿਨ੍ਹਾਂ ਨੇ ਇਸੇ ਚੱਕਰ 'ਚ ਬਹੁਤ ਲੜਾਈਆਂ ਕੀਤੀਆਂ ਵੀ ਯੂ ਟਰਨ ਬਚ ਸਕਦੀ, ਇਸ ਕਰਕੇ ਨਾ ਲੜਿਆ ਜਾਵੇ ਆਪਸ ਵਿੱਚ। ਜੀ ਜੀ ਠੀਕ ਹੈ ਸਰ, ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਇਸ ਤੋਂ ਪਹਿਲਾਂ ਕਿ ਅਗਲੀ ਕਾਲ ਤੇ ਚਲੀ ਬਾਬੂ ਜੀ, ਕੁਇਕ ਰਿਮਾਰਕਸ ਦਿਓ ਜਿਹੜਾ ਆਪਾਂ ਗੱਲ ਕੀਤੀ ਵੀ ਬੁਲਿੰਗ ਨਾ ਹੋਵੇ, ਇਹ ਗੱਲ ਨੂੰ ਕਿਵੇਂ ਲੈਂਦੇ ਹੋ? ਮੈਂ ਭਾਈ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਰਾਜਨੀਤੀ ਵਾਲੇ ਰਾਜਨੀਤੀ ਕਰਨੀ ਆ, ਉਹਨਾਂ ਨੇ ਦੇਖਣਾ ਕਿ ਪੰਜਾਬ 'ਚ ਵੋਟਾਂ ਕਿਵੇਂ ਵੱਧ ਲੈਣੀਆਂ, ਯੂਪੀ 'ਚ ਕਿਵੇਂ ਲੈਣੀਆਂ। ਕਾਂਗਰਸ ਨੇ ਆਪਣਾ ਦੇਖਣਾ ਆ, ਬੀਜੇਪੀ ਨੇ ਆਪਣਾ ਦੇਖਣਾ, ਅਕਾਲੀ ਦਲ ਨੇ ਆਪਣਾ। ਮੈਂ ਤੁਹਾਨੂੰ ਅੱਜ ਸਭ ਤੋਂ ਵੱਡਾ ਇੱਕ ਐਗਜ਼ਾਮਪਲ ਦਿੰਦਾ ਆ, ਕੰਗਨਾ ਰਣੌਤ ਵਰਗੇ ਜਿਹੜੇ ਸਭ ਤੋਂ ਵੱਡੇ ਉਸ ਵੇਲੇ ਉਹਨਾਂ ਦੇ ਮਾਊਥ ਪੀਸ ਬਣੇ ਹੋਏ ਸੀ, ਰੌਲਾ ਪਾ ਰਹੇ ਸੀ। ਹੁਣ ਵੀ ਦੇਤਾ ਜੀ ਉਹਨੇ। ਚਲੋ ਮੈਂ ਉਹ ਹਾਸੋਹੀਣੀ ਜਿਹਾ ਬਿਆਨ ਲੱਗਦਾ ਨਾ, ਪਰ ਮੈਂ ਉਹ ਕਹਿੰਦਾ ਕਿ ਆਪਾਂ ਅਗਰ ਕਦੇ ਵੀ ਕੋਈ ਗੱਲ ਹੁੰਦੀ ਆ ਆਪਸ ਦੀ ਭਾਈਚਾਰੇ ਨੂੰ ਨਾ ਘਟਾਈਏ। ਉਹ ਰਾਜਨੀਤੀ ਅਸਾਈਡ ਤੁਸੀਂ ਕਿਸੇ ਚੀਜ਼ ਹੱਕ 'ਚ ਜਾਂ ਵਿਰੋਧ 'ਚ ਹੋ ਸਕਦੇ, ਤੁਹਾਡਾ ਆਪਣਾ ਹੱਕ ਡੈਮੋਕ੍ਰੈਟਿਕ ਰਾਈਟ ਆ, ਪਰ ਜਿਹੜੀ ਇਹ ਨਾ ਕੀਤਾ ਜਾਵੇ ਕਿ ਕਿਸੇ ਇਹ ਰਿਲੀਜੀਅਸ ਲੜਾਈ ਆ ਜਾਂ ਆਪਾਂ ਇੱਕ ਨਾਲ ਦੁਸ਼ਮਣੀਆਂ ਕ੍ਰੀਏਟ ਕਰਨੀਆਂ। ਵਿਚਾਰਕ ਮਤਭੇਦ ਤੁਹਾਡੇ ਜਿਹੜੇ ਆ ਉਹ ਦੋਸਤੀ ਨਹੀਂ ਖਤਮ ਕਰਨਾ ਚਾਹੀਦਾ ਜੀ। ਸੋ ਨੈਕਸਟ ਕਾਲਰ ਸਾਡੇ ਕੁਲਵਿੰਦਰ ਬਸਰਾ। ਹਾਂਜੀ ਕੁਲਵਿੰਦਰ ਜੀ। ਹਾਂਜੀ ਹੈਲੋ। ਹਾਂਜੀ ਹਜ਼ਾਰਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਜ਼ਾਰਾ ਸਿੰਘ। ਹਾਂਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਤੁਹਾਡੇ ਨੂੰ ਸਤਿ ਸ਼੍ਰੀ ਅਕਾਲ ਜੀ। ਅੱਛਾ, ਬੇਨਤੀ ਇਹ ਸੀ ਜੀ, ਪਹਿਲੀ ਤੇ ਗੱਲ ਸੀ ਵੀ ਇਹ ਕਿਸਾਨ ਸੰਘਰਸ਼ ਨੇ ਅਸਲ ਵਿੱਚ ਤਾਂ ਜਿਹੜਾ ਸਭ ਤੋਂ ਵੱਡਾ ਸੰਦੇਸ਼ ਤੇ ਇਹ ਦਿੱਤਾ ਉਹ ਏਕਤਾ ਦਾ ਦਿੱਤਾ, ਜਿਨ੍ਹਾਂ ਨੇ ਆਪਣੀਆਂ ਭਾਸ਼ਾ ਦੀਆਂ, ਇਲਾਕੇ ਦੀਆਂ ਤੇ ਦੂਜੇ ਦੀਆਂ ਜਾਤਾਂ ਪਾਤਾਂ ਤੇ ਧਰਮਾਂ ਦੀਆਂ ਹੱਦਬੰਦੀਆਂ ਨੂੰ ਉਹਨਾਂ ਨੂੰ ਤੋੜ ਕੇ ਇੱਕ ਤਾਕਤ ਵਜੋਂ ਕਹਿਣ ਦਾ ਇੱਕ ਅਸਾਰ ਕੇ ਰੱਖ ਦਿੱਤਾ, ਜਿਹੜਾ ਕਿ ਉੱਥੇ ਦੀ ਰਾਜਨੀਤੀ ਜਿਹੜੀ ਸੀ ਉਹ ਇਹਦੇ ਉਲਟ ਡਿਵਾਈਸਿਵ ਨੂੰ ਵੰਡਣ ਦੀ ਨੀਤੀ ਤੇ ਚੱਲੇ ਹੋਏ ਸੀ। ਮੋਦੀ ਸਾਹਿਬ ਉਹ ਕਹਿੰਦੇ ਕੋਈ ਗੱਲ ਨਹੀਂ, ਜਿੰਨੇ ਮਰਜ਼ੀ ਹੋਵੇ, ਜੇ ਤੁਹਾਨੂੰ 32% ਵੋਟ ਮਿਲ ਜਾਂਦੀ ਹੈ ਨਾ, 31% ਵੋਟ ਤੁਹਾਨੂੰ ਮਿਲ ਜਾਂਦੀ ਹੈ ਤੇ ਤੁਹਾਡੀ ਮੈਜੋਰਿਟੀ ਬਣ ਜਾਂਦੀ ਆ, ਤੁਹਾਨੂੰ ਕੋਈ ਬਹੁਤਾ ਲਾਉਣ ਦੀ ਲੋੜ ਨਹੀਂ, ਭਾਵੇਂ 65% ਲੋਕ ਤੁਹਾਡੇ ਵਿਰੁੱਧ ਵੀ ਹੋਣ। ਤੇ ਅੱਛਾ, ਉਹ ਇਸ ਚੀਜ਼ ਤੇ ਚੱਲੇ ਹੋਏ ਸਨ। ਹੁਣ ਇਸ ਚੀਜ਼ ਨੇ ਮੈਸੇਜ ਜਿਹੜਾ ਸੀ ਉਹ ਦਿੱਤਾ, ਤੇ ਹੁਣ ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਤੋਂ ਪੋਲੀਟੀਕਲ ਅਖੀਰ ਤੇ ਜਾ ਕੇ ਮਸਲਾ ਤਾਂ ਸਾਰਾ ਪੋਲੀਟੀਕਲ ਹੀ ਸੀ, ਤੇ ਪੋਲੀਟੀਕਲ ਗਿਣਤੀਆਂ ਮਿੰਤੀਆਂ ਦੇ ਤਹਿਤ ਹੀ ਇਹ ਸਾਰਾ ਹੁਣ ਉਹਨਾਂ ਨੇ ਫੈਸਲਾ ਇਸ ਗੱਲ ਦਾ ਲਿਆ। ਅੱਛਾ, ਪੰਜਾਬ ਦੀ ਸਥਿਤੀ ਜੀ ਬਿਲਕੁਲ ਨਿਵੇਕਲੀ ਹੈ। ਇਹਦੇ ਵਿੱਚ ਉਹਦੀ ਨਿਵੇਕਲੀ ਇਹ ਚੀਜ਼ ਹੈ ਵੀ ਉਹਨਾਂ ਦਾ ਕਿਸਾਨ ਮੋਰਚੇ ਦਾ ਸਭ ਤੋਂ ਵੱਡਾ ਜਿਹੜਾ ਸੈਂਟਰ ਨੂੰ ਇਹ ਨਾਰਾ ਸੀ ਕਿ ਅਸੀਂ ਵੋਟ ਦੀ ਚੋਟ ਤੇ ਇਹ ਲੜਾਈ ਲੜਾਂਗੇ। ਪੰਜਾਬ 'ਚ ਬੀਜੇਪੀ ਦਾ ਐਡਾ ਕੋਈ ਨਾ ਕੋਈ ਆਸ, ਨਾ ਉਹਨਾਂ ਨੂੰ ਆਸ ਸੀ, ਨਾ ਇੱਥੇ ਵੋਟ ਦੀ ਚੋਟ ਉਹਨਾਂ ਲਿਖ ਕੇ ਕੋਈ ਬਹੁਤਾ ਲੰਬਾ ਚੌੜਾ ਕੰਮ ਕਰਨਾ ਸੀ, ਨਾ ਕੀਤਾ, ਨਾ ਉਹ ਕਰਨ ਵੱਲੋਂ ਕਰਨ ਦੀ ਕੋਈ ਸੰਭਾਵਨਾ ਸੀ। ਇੱਥੇ ਦੀ ਸਿਚੁਏਸ਼ਨ ਜਿਹੜੀ ਹੈਗੀ, ਹਾਲਾਤ ਜਿਹੜੇ ਨੇ ਉਹਦੇ ਤੋਂ ਵੱਖਰੇ ਨੇ। ਇਸ ਸੰਘਰਸ਼ ਨੇ ਜੇ ਲੋਕਾਂ ਦੇ ਸਾਹਮਣੇ ਇੱਕ ਜਿਹੜੀ ਸੰਘਰਸ਼ ਕਰਨ ਦੀ ਸਪਿਰਿਟ, ਉਹ ਉਸ ਚੀਜ਼ ਨੂੰ ਦੁਬਾਰਾ ਜਗਾਇਆ, ਜਿਵੇਂ ਕਿ ਮੋਦੀ ਸਰਕਾਰ ਨੇ ਇੱਕ ਗੱਲ ਨੂੰ ਤੈਅ ਕਰ ਦਿੱਤਾ ਸੀ ਕਿ ਹੁਣ ਅਸੀਂ ਜੋ ਮਰਜ਼ੀ ਕਰ ਦਈਏ, ਇੱਥੇ ਹੁਣ ਲੋਕ ਜਿਹੜੇ ਆ ਬਿਲਕੁਲ ਕੁਸਕਣਗੇ ਨਹੀਂ, ਕੋਸ਼ਿਸ਼ ਕਰਨਗੇ। ਇਹਨੇ ਉਸ ਚੀਜ਼ ਨੂੰ, ਉਸ ਨਾਵਰੀ ਨੂੰ ਜਗਾਇਆ, ਲੋਕਾਂ ਦੇ ਡਿਫਾਇੰਸ ਨੂੰ ਜਗਾਇਆ। ਉਹ ਚੀਜ਼ ਦਾ ਅਹਿਸਾਸ ਆਉਣ ਵਾਲੇ ਸਮੇਂ ਦੇ ਵਿੱਚ ਰਹੇਗਾ।
ਇਸ ਚੀਜ਼ ਦੀ ਕਰਨਾ ਮਤਲਬ ਇਸਨੂੰ ਜਿਹੜੀਆਂ ਜਥੇਬੰਦੀਆਂ ਨੇ ਉਹ ਇਹਨੂੰ ਪੋਲੀਟੀਕਲ ਇਹਦੀ ਟ੍ਰਾਂਸਲੇਸ਼ਨ ਕਿਵੇਂ ਕਰਦੀਆਂ ਨੇ, ਕਿੰਨਾ ਕੁ ਕਰ ਸਕਦੀਆਂ ਨੇ? ਮੇਰਾ ਖਿਆਲ ਉਹਨਾਂ ਕੋਲ ਪੰਜਾਬ ਦੇ ਵਿੱਚ ਬਹੁਤ ਹੀ ਕੋਈ ਇਹਦੀ ਪੋਲੀਟੀਕਲ ਟ੍ਰਾਂਸਲੇਸ਼ਨ ਉਹਨਾਂ ਕੋਲੋਂ ਕਰਨੀ ਹੋਣੀ ਨਹੀਂ। ਉਹਨਾਂ ਦਾ ਪੋਲੀਟੀਕਲ ਵਿਜ਼ਨ ਇੱਦਾਂ ਦਾ ਲੰਬਾ ਚੌੜਾ ਲੱਗਦਾ ਨਹੀਂ। ਹਾਂ, ਹੁਣ ਇੰਨੀ ਚੀਜ਼ ਜ਼ਰੂਰ ਆ, ਪੋਲੀਟੀਕਲ ਪਾਰਟੀਆਂ ਜ਼ਰੂਰ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਉਹ ਮਾਨਾਈ ਆਪਣੀ ਕਰਦੀਆਂ ਸੀਗੀਆਂ ਉਹ ਥੋੜਾ ਜਿਹਾ ਇਸ ਗੱਲ ਤੋਂ ਕੰਨੀ। ਸੋ ਲੋਕਾਂ ਦੀ ਪਾਵਰ ਜਿਹੜੀ ਹੈ ਜੀ ਉਹ ਹੁਣ ਵੱਡਾ ਜਿਹੜਾ ਮੁੱਦਾ ਬਣ ਕੇ ਸਾਹਮਣੇ ਆ ਗਈ ਇਸ ਇੰਸੀਡੈਂਟ ਤੋਂ ਬਾਅਦ, ਵੀ ਲੋਕਾਂ ਦੀ ਪਾਵਰ ਜਿਹੜੀ ਉਹ ਅਜੇ ਵੀ ਕਾਇਮ ਹੈ। ਲੋਕਾਂ ਦੀ ਪਾਵਰ, ਜਨਤਾ ਦੀ ਪਾਵਰ ਅਜੇ ਵੀ ਕਾਇਮ ਆ। ਜਨਤਾ ਦੀ ਆਵਾਜ਼ ਵੱਲ ਧਿਆਨ ਦੇਣਾ ਜ਼ਰੂਰੀ ਹੈ। ਸਰਕਾਰ ਬਣਾ ਕੇ ਤੁਸੀਂ ਕਹਿੰਦਾ ਮਤਲਬ ਸਿਰਫ ਤੇ ਸਿਰਫ ਆਪਣਾ ਇਹ ਲੋਕਾਂ ਨੂੰ ਭੁੱਲ ਜਾਓ, ਇਹ ਚੀਜ਼ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਕਿਸੇ ਹੱਦ ਤੱਕ ਬ੍ਰੇਕਾਂ ਲੱਗਣਗੀਆਂ। ਇਹਦਾ ਨਗਦ ਜਿਹੜਾ ਜੀ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ। ਪੰਜਾਬ ਕਹਿੰਦਾ ਮਤਲਬ ਸੰਘਰਸ਼ ਦੇ ਵਿੱਚੋਂ ਜੋ ਜਿਹੜੇ ਕਾਨੂੰਨ ਉਦੋਂ ਪਹਿਲਾਂ ਸਨ ਉਹ ਕੋਈ ਮਤਲਬ ਹਟੇ ਹੀ ਨਹੀਂ। ਪਹਿਲੀ ਗੱਲ ਕਿ ਕਾਨੂੰਨ ਤਾਂ ਲਾਗੂ ਹੋਏ ਹੀ ਨਹੀਂ ਸਨ। ਅੱਛਾ, ਉਹ ਹੁਣ ਉਹਦੋਂ ਤੇ ਕੰਟਰੋਲ ਕਰ ਦਿੱਤਾ ਗਿਆ ਵੀ ਉਹ ਇਸ ਤਰ੍ਹਾਂ ਦੀ ਹੁਣ ਨੌਬਤ ਨਹੀਂ ਹੋਏਗੀ ਵੀ ਉਹਦੇ ਵਿੱਚੋਂ ਦੀ ਲੰਘਣਾ ਪਵੇ। ਹੁਣ ਠੀਕ ਹੈ ਸਰ, ਹਰਦਾਸ ਸਿੰਘ ਜੀ। ਹਾਂਜੀ, ਲੰਘਣਾ ਪਵੇ। ਮੇਰਾ ਕਹਿਣ ਦਾ ਮਤਲਬ ਵੀ ਸਿੱਧਾ ਤਾਂ ਕੋਈ ਫਾਇਦਾ ਨਹੀਂ ਨਾ, ਏਦਾਂ ਦੀ ਤਾਂ ਕੋਈ ਗੱਲ ਨਹੀਂ। ਫਾਇਦਾ ਛੱਡੋ ਸਰ, ਆਪਾਂ ਆਉਣ ਵਾਲੇ ਦਿਨਾਂ ਤੇ ਇਹਦੇ ਚ ਮੁਲਾਂਕਣ ਕਰਾਂਗੇ ਕਿ ਇਹਦੇ ਨਾਲ ਘਾਟਾ ਕੀ ਪਿਆ ਪੰਜਾਬ ਨੂੰ। ਇਹ ਵੀ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਕਰਨ ਵਾਲੀ ਬਣਨੀ ਹੈ ਔਰ ਉਸ ਘਾਟੇ ਦੀ ਭਰਪਾਈ ਕੌਣ ਕਰੇਗਾ, ਸਾਨੂੰ ਇਹ ਵੀ ਦੇਖਣਾ ਪੈਣਾ ਨਾ ਜੀ। ਇੱਕ ਸਾਲ ਤੋਂ ਇੰਨੀ ਖੱਜਲ ਖੁਆਰੀ ਕਹਿਣ ਦਾ ਮਤਲਬ ਹੋਈ ਉਹਦੇ ਵਿੱਚ। ਅੱਛਾ, ਹੁਣ ਬਾਕੀ ਦਾ ਜਿਹੜਾ ਦੇਸ਼ ਹੈ ਜੀ ਉਹਦੇ ਵਾਸਤੇ ਆਸ ਹੈਗੀ ਆ, ਉਸ ਬਾਕੀ ਦੇਸ਼ ਦੇ ਕਿਸਾਨ ਵਾਸਤੇ ਉਹਦੇ ਵਾਸਤੇ ਸਤਿਯੋਗ ਵਰਤਣ ਵਾਲੀ ਗੱਲ ਹੈਗੀ ਆ। ਜੇਕਰ ਉਹਨਾਂ ਨੂੰ MSP ਮਿਲ ਜਾਂਦੀ ਆ ਤੇ ਬਾਕੀ ਦਾ ਕਿਸਾਨ ਜਿਹੜਾ ਹੈਗਾ, ਬਾਕੀ ਦੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਹੈਗਾ ਉਹ ਬਹੁਤ ਉਹਨੂੰ ਇਹਦੇ ਤੋਂ ਉਹਨੂੰ ਇਹਦਾ ਪੂਰਾ ਲਾਭ ਹੋਏਗਾ। ਸੋ ਮੁੱਕਦੀ ਗੱਲ ਹੈਗੀ ਵੀ ਇਹ ਜੀ ਹੁਣ ਇਹਨੇ ਸੰਘਰਸ਼ ਦੀ ਜਿਹੜੀ ਜੋਸ਼ ਜਗਾਈ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਇਹਨੂੰ ਬੜੇ ਹੀ ਕਹਿੰਦਾ ਮਤਲਬ ਤਰੀਕੇ ਦੇ ਨਾਲ ਜੇ ਇਹਨੂੰ ਜਗਦੀ ਰੱਖਣ, ਜੇ ਇਹਨੂੰ ਸਾਂਭ ਕੇ ਰੱਖਣ, ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਮਨਮਾਨੀ ਨਹੀਂ ਕਰ ਸਕਣੀਆਂ। ਧੰਨਵਾਦ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਸੋ ਦੋਸਤੋ, ਮੇਰੇ ਨਾਲ ਹੁਣ 5 ਕਾਲਸ ਨੇ, 4 ਕਾਲਰ ਨੇ ਹੋਰ, ਬਸ ਇਹੀ 4 ਕਾਲਸ ਲਵਾਂਗੇ। ਇੱਕ ਨੰਬਰ ਅਗਲਾ ਮੰਗੜ ਸਾਹਿਬ ਨੇ, ਫਿਰ ਉਸ ਤੋਂ ਬਾਅਦ ਪੌਲ ਬਾਈ ਹੋਰੀ, ਅੰਮ੍ਰਿਤਪਾਲ ਜੀ ਤੇ 5552 ਪਹਿਲਾਂ ਲਵਾਂਗੇ, ਫਿਰ ਅੰਮ੍ਰਿਤਪਾਲ ਜੀ ਲਾਸਟ ਕਾਲਰ ਨੇ ਸਾਡੇ ਅੱਜ ਦੇ। ਸੋ ਬਸ ਇਹੀ 4 ਕਾਲਸ ਲਵਾਂਗੇ। ਸੋ ਬੇਨਤੀ ਹੈ ਹੋਰ ਕਾਲਸ ਨਾ ਕਰਿਓ ਜੀ, ਔਰ ਬਹੁਤ ਬਰੀਫ ਰੱਖਦੇ ਹੋਏ ਤੁਹਾਡੇ ਵਿਚਾਰ ਲੈ ਕੇ ਫਿਰ ਆਪਾਂ ਸਮਾਪਤ ਕਰਦੇ ਹਾਂ। ਪੌਲ ਬਾਈ ਜੀ, ਤੁਸੀਂ ਆਉਂਦੀ ਰਹੋ। ਹਾਂਜੀ, ਸਤਿ ਸ੍ਰੀ ਅਕਾਲ ਹਰਜਿੰਦਰ ਵੀਰ। ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਜੀ ਇੱਕ ਤਾਂ ਲਾ ਰੱਦ ਹੋਣ ਦੀਆਂ ਵਧਾਈਆਂ ਵੀਰ ਤੈਨੂੰ, ਨਾਲੇ ਬੋਬੀ ਸਾਹਿਬ ਨੂੰ। ਜੀ ਸਾਰਿਆਂ ਨੂੰ ਹੀ ਜੀ ਆਪਾਂ ਨੂੰ। ਹਾਂਜੀ, ਤੇ ਜੇ ਇਹਨਾਂ ਨੂੰ ਬੋਬੀ ਬਾਈ ਨੂੰ ਪੁੱਛਣਾ ਸੀਗਾ ਵੀ ਜਿਵੇਂ ਝੜੂਨੀ ਸਾਹਿਬ ਨੇ ਉਹ ਸਿਆਸਤ ਵਾਲੇ ਪਾਸੇ ਨੂੰ ਜਾਂ ਉਹ ਕਹਿੰਦੇ ਆ ਕਿ ਅਸੀਂ ਥੋੜੇ ਬੰਦੇ ਖੜੇ ਕਰਾਂਗੇ ਵੋਟਾਂ ਦੇ ਵਿੱਚ, ਜੇ ਉਹਨਾਂ ਦੇ 5-4 ਜਾਣੇ ਵੀ ਜਿੱਤ ਜਾਂਦੇ ਆ ਜੀ, ਏਦਾਂ ਦੀ ਗੌਰਮੈਂਟ ਬਣ ਜਾਂਦੀ ਆ, ਮਤਲਬ ਕਹਿ ਲਓ ਕਿ ਕਿਸੇ ਨੂੰ ਬਹੁਮਤ ਨਹੀਂ ਮਿਲਦਾ, ਤਾਂ ਉਹ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਆ ਜਾਣ, ਉਹ ਜੀ ਪੰਜਾਬ ਲਈ ਫਾਇਦੇ ਦੀ ਗੱਲ ਹੋਊਗੀ ਕਿ ਵੀ ਨਹੀਂ ਉਹਨਾਂ ਦੀ ਨਹੀਂ ਇੰਨਾ ਹੋਣਾ ਚਾਹੀਦਾ? ਇਹਦੇ ਬਾਰੇ ਪੁੱਛਣਾ। ਠੀਕ ਹੈ ਸਰ, ਬੜੀ ਮਿਹਰਬਾਨੀ ਜੀ। ਬਾਬੂ ਜੀ, ਆਪਾਂ ਇਹ ਵੀ ਸਵਾਲ ਥੋੜਾ ਜਿਹਾ ਨਾਲ ਹੀ ਜੋੜੀਏ ਵੀ ਇਹਦੇ ਵਿੱਚੋਂ ਅੰਦੋਲਨ ਦੇ ਵਿੱਚੋਂ ਵੀ ਕੋਈ ਸਿਆਸੀ ਧਿਰ ਸਟਰੋਂਗਲੀ ਨਿਕਲੇਗੀ ਬਾਹਰ, ਜਾਂ ਕੋਈ ਸਿਆਸੀ ਲੀਡਰ ਨਿਕਲੇਗਾ ਜੇ ਧਿਰ ਨਾ ਵੀ ਨਿਕਲੀ ਤਾਂ? ਦੇਖੋ, ਮੈਨੂੰ ਲੱਗ ਰਿਹਾ ਚਿਹਰੇ ਤਾਂ ਕਈ ਹੋਣਾ ਚਾਹੁੰਦੇ ਆ, ਪਰ ਕਿਸਾਨ ਜਥੇਬੰਦੀਆਂ ਨੇ ਜੇ ਅਸੀਂ ਕਹਿ ਤਾ ਅਸੀਂ ਇਲੈਕਸ਼ਨ ਨਹੀਂ ਲੜਨੀ। ਚੜੂਨੀ ਸਾਹਿਬ ਮੈਨੂੰ ਲੱਗਦਾ ਕਿ ਉਹ ਕੋਸ਼ਿਸ਼ ਕਰਨਗੇ, ਪਰ ਚੜੂਨੀ ਸਾਹਿਬ ਉਹਨਾਂ ਦੀ ਬੈਕਗਰਾਊਂਡ ਹਰਿਆਣੇ ਦੀ ਆ। ਮੈਂ ਮੰਨਦਾ ਕਿ ਪੰਜਾਬ ਦੀ ਓਵਰਆਲ ਪੋਲੀਟੀਕਲ ਸਿਨੇਰੀਓ ਵਿੱਚ ਉਹਨਾਂ ਦੀ ਏਡੀ ਪਕੜ ਨਹੀਂ ਹੈਗੀ। ਪੰਜਾਬ ਵਿੱਚ ਸਭ ਤੋਂ ਮਜ਼ਬੂਤ ਜਥੇਬੰਦੀ ਮੰਨੀ ਜਾਂਦੀ ਉਗਰਾਹਾਂ ਸਾਹਿਬ ਦੀ, ਜਿਹੜੇ ਕਿ ਲੈਫਟ ਲੀਨਿੰਗ ਨੇ, ਤੁਹਾਨੂੰ ਪਤਾ ਖੱਬੇ ਪੱਖੀ ਸੋਚਦੇ ਨੇ ਤੇ ਸੈਂਟਰਲ ਮਾਲ ਵਿੱਚ ਚੰਗਾ ਆਧਾਰ ਰੱਖਦੇ, ਪਰ ਉਹਨਾਂ ਨੇ ਕਦੀ ਇਹੋ ਜਿਹੀ ਆਪਣੀ ਇੱਛਾ ਇਜ਼ਹਾਰ ਨਹੀਂ ਕੀਤੀ ਕਿ ਉਹਨਾਂ ਨੇ ਇਲੈਕਸ਼ਨ ਲੜਨੀ ਜਾਂ ਕੋਈ ਧੜਾ ਕਾਇਮ ਕਰਨਾ ਇਲੈਕਸ਼ਨ ਲੜਨ ਵਾਸਤੇ। ਹਾਂ, ਕੁਛ ਇੱਕ ਇੰਡੀਵਿਜੂਅਲ ਲੈਵਲ ਤੇ ਆਪਣੇ ਜਾ ਸਕਦੇ ਆ। ਚੜੂਨੀ ਸਾਹਿਬ ਜੇ ਆਉਣਗੇ ਵੀ ਮੈਨੂੰ ਲੱਗਦਾ ਬਾਕੀ ਕਿਸਾਨ ਜਥੇਬੰਦੀਆਂ ਸ਼ਾਇਦ ਉਹਨਾਂ ਦਾ ਵਿਰੋਧ ਕਰਨ, ਕਿਉਂਕਿ ਉਹਨਾਂ ਨੇ ਕਿਹਾ ਸੀ ਅਸੀਂ ਸਿਆਸੀਕਰਨ ਨਹੀਂ ਕਰਾਂਗੇ ਇਸ ਜਿਹੜਾ ਪੂਰਾ ਸਾਡਾ ਐਜੀਟੇਸ਼ਨ ਹੈ, ਜੋ ਸਾਡਾ ਅੰਦੋਲਨ ਹੈਗਾ ਆ। ਤੇ ਹਾਂ, ਅਗਰ ਆਪਾਂ ਗੱਲ ਕਰਦੇ ਹਾਂ, ਅਗਰ ਉਹ ਸੀਟਾਂ ਜਿੱਤ ਜਾਂਦੇ ਆ, ਅਗਰ ਇਹੋ ਜਿਹੀ ਸਿਚੁਏਸ਼ਨ ਬਣ ਜਾਂਦੀ ਜਿਹੜੀ ਮੈਨੂੰ ਹਾਈਲੀ ਅਨਲਾਈਕਲੀ ਆ, ਮੈਨੂੰ ਨਹੀਂ ਲੱਗਦਾ, ਤੇ ਉਹਦੇ ਵਿੱਚ ਜੋ ਥੋੜ੍ਹੀਆਂ ਸੀਟਾਂ ਕਰਕੇ ਲੈ ਦੇ ਹੁੰਦਾ ਆ, ਤਾਂ ਕੋਈ ਵੀ ਬੰਦਾ ਉਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗਾ ਹੀ। ਜੇਕਰ ਰਾਜਨੀਤੀ ਕੋਈ ਐਂਟਰੀ ਹੋ ਗਿਆ, ਅਗਰ ਉਹਦੇ ਕੋਲ ਸੀਟਾਂ ਹੁੰਦੀਆਂ ਜਿਹਦੇ ਨਾਲ ਕਿਸੇ ਦੀ ਸਰਕਾਰ ਬਣਦੀ, ਉਹ ਕਿੰਗ ਮੇਕਰ ਬਣਨ ਦੀ ਕੋਸ਼ਿਸ਼ ਕਰੇਗਾ। ਪਰ ਮੈਨੂੰ ਲੱਗਦਾ ਨਹੀਂ ਕਿ ਚੜੂਨੀ ਸਾਹਿਬ ਉਹੋ ਜਿਹੀ ਸਥਿਤੀ ਦੇ ਵਿੱਚ ਇਸ ਵੇਲੇ ਹੈਗੇ ਆ। ਠੀਕ ਹੈ ਜੀ, ਆਪਾਂ ਨੈਕਸਟ ਕਾਲ ਲੈਂਦੇ ਹਾਂ ਜੀ। 5552 ਨੰਬਰ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ, ਕੀ ਸ਼ੁਭ ਨਾਮ ਤੁਹਾਡਾ?
ਸਿਕੰਦਰ ਹੈ ਜੀ ਸਿਕੰਦਰ ਬਾਈ ਜੀ, ਜੋ ਜੀਤਾ ਵਹੀ ਸਿਕੰਦਰ। ਹਾਂਜੀ ਮੁਬਾਰਕਾਂ ਜੀ ਮੋਰਚਾ ਜਿੱਤਣ ਦਾ ਜੀ, ਕਿਸਾਨ ਜਥੇਬੰਦੀਆਂ ਨੂੰ, ਸਮੂਹ ਨੂੰ ਜੀ, ਬੱਚੇ ਜਥੇ ਬਹੁਤ ਵਧੀਆ ਕੀਤਾ। ਪਰ ਘਾਟਾ ਵੀ ਸਾਡੀ ਬਹੁਤ ਖੂਨ ਦੇ ਕੇ ਕਰੋ, ਜਿਵੇਂ ਕਹਿੰਦਾ ਕੁਰਬਾਨੀ ਕੀਤੀ ਹੈ ਨਾ ਜੀ। ਪੰਜਾਬ, ਹਰਿਆਣਾ, ਯੂਪੀ ਦੇ ਬੰਦੇ ਬਹੁਤ ਮਰੇ ਆ ਜੀ ਇਹਦੇ ਸੰਘਰਸ਼। ਹਾਂਜੀ ਹਾਂਜੀ ਜੀ, ਚਲੋ ਸਲੂਟ ਆਈ ਸਾਰਿਆਂ ਨੂੰ। ਸ਼ੁਕਰੀਆ ਵੀਰ, ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਤੋਂ ਅੰਮ੍ਰਿਤਪਾਲ ਜੀ ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਬਾਬੂ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲੋਂ ਤੇ ਗੁਰਪੁਰਬ ਦੀਆਂ ਤੇ ਦੂਜੀ ਵਧਾਈ, ਕਿਸਾਨ ਅੰਦੋਲਨ ਵਾਲੀ ਵਧਾਈਆਂ ਜੀ ਸਾਰਿਆਂ ਨੂੰ। ਹਾਂਜੀ। ਤੇ ਦੂਜਾ, ਜਿਵੇਂ ਤੁਸੀਂ ਹੁਣੇ ਲਾਸਟ ਕੁਐਸਚਨ ਵੀ ਕਰ ਰਹੇ ਸੀ ਵੀ ਫਾਇਦਾ ਨੁਕਸਾਨ ਦੀ ਗੱਲ ਕਰਦੇ ਆ, ਮੈਨੂੰ ਲੱਗਦਾ ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਬਾਬੂ ਜੀ ਨੇ ਵੀ, ਜਿਵੇਂ ਕਿਸਾਨ ਅੰਦੋਲਨ ਦੇ ਜਿਹੜੇ ਚਲੋ ਮੌਤਾਂ ਜਾਂ ਕਿਵੇਂ, ਉਹ ਤਾਂ ਬਹੁਤ ਵੱਡਾ ਨੁਕਸਾਨ ਆ, ਪੂਰਾ ਨਹੀਂ ਹੋ ਸਕਦਾ, ਪਰ ਇਹਦੇ ਫਾਇਦੇ ਬਹੁਤ ਹੈ ਜੀ। ਇਹਦੇ ਵਿੱਚ ਹੁਣ ਤੁਸੀਂ ਆਪਾਂ ਸੋਚਦੇ ਹਾਂ ਵੀ ਗੱਲ ਪੂਰੀ ਹੋ ਗਈ, ਪਰ ਪੂਰੀ ਨਹੀਂ। ਆਪਾਂ ਉੱਥੇ ਕਾ ਕੇ ਖਲੋਤੇ ਹਾਂ ਜਿਹੜਾ ਵੀ ਆਪਾਂ ਨੂੰ ਘਾਟਾ ਪੈਣਾ ਸੀ ਉਹ ਘਾਟਾ ਨਹੀਂ ਪਿਆ। ਪਰ ਹੁਣ ਗਾਂ ਜਿਵੇਂ ਇਹਨਾਂ ਨੇ ਆਪਣੇ ਆਪ ਨੂੰ ਸਾਬਿਤ ਕਰਕੇ ਰੱਖਤਾ ਕਿਸਾਨ ਅੰਦੋਲਨ ਨੇ, ਇਹਦੇ ਵਿੱਚ ਹੁਣ MSP ਜਾਂ ਹੋਰ ਜਿਹੜੀਆਂ ਮੰਗਾਂ, ਡਿਮਾਂਡਾਂ ਜਿਹੜੀਆਂ ਪਹਿਲਾਂ ਦੱਬੀਆਂ ਹੋਈਆਂ ਸੀ, ਉਹ ਲੈਵਲ ਤੇ ਉਹ ਚੱਲਣੀਆਂ ਜੀ। ਗੱਲ ਪੰਜਾਬ 'ਚ ਜਿੱਦਾਂ ਤੁਸੀਂ ਕਹਿੰਦੇ ਆ ਪੋਲੀਟੀਕਲ ਮਾਈਲੇਜ, ਉਹ ਵੀ ਤੁਸੀਂ ਵੇਖਿਓ ਵੀ ਹੁਣ ਇਸ ਗੱਲ ਤੋਂ ਬਾਅਦ ਉਹ ਉੱਠਣਗੀਆਂ ਤੇ ਉਹ ਮੁੱਦਾ ਫਿਰ ਉੱਦਾਂ ਦਾ ਹਾਵੀ ਹੋਊਗਾ ਥੋੜਾ ਜਿਹਾ, ਤੇ ਉਹਨੂੰ ਲੈ ਕੇ ਫਿਰ ਕਿਹੜੀ ਪਾਰਟੀ ਜ਼ਿਆਦਾ ਸਿਹਰਤ ਹੁੰਦੀ ਆ ਜਾਂ ਗੱਲਬਾਤ, ਉਹਨੂੰ ਜ਼ਿਆਦਾ ਮਾਈਲੇਜ ਮਿਲੂਗਾ। ਠੀਕ ਹੈ ਜੀ। ਤੇ ਦੂਜਾ, ਜਿਵੇਂ ਤੁਸੀਂ ਕੈਪਟਨ ਸਾਹਿਬ ਦੀ ਗੱਲ ਕਰਦੇ ਆ, ਮੈਨੂੰ ਨਹੀਂ ਲੱਗਦਾ ਜੀ ਉਹ ਜਿਵੇਂ BJP ਨਾਲ ਜਾਂ ਮੈਨੂੰ ਤਾਂ ਇੱਥੋਂ ਤੱਕ ਵੀ ਨਹੀਂ ਲੱਗਦਾ ਵੀ ਢੀਂਡਸਾ ਸਾਹਿਬ ਉਹਨਾਂ ਦੇ ਨਾਲ ਆਉਣਗੇ। ਉਹ ਥੋੜਾ ਸੀਰੀਅਸ ਬੰਦੇ ਆ, ਪਰ ਕੋਈ ਪਤਾ ਨਹੀਂ ਹੁੰਦਾ ਮੌਕੇ ਦਾ। ਪਰ ਇਹਨਾਂ ਨੂੰ ਉਹ ਜ਼ਿਆਦਾ ਜਿਹੜਾ ਕਿ ਕੋਈ ਉਹ ਜਿਹੀ ਫਾਇਦਾ ਮਿਲਣ ਦੀ ਗੱਲ ਨਹੀਂ ਹੈਗੀ। ਤੇ ਪਰ ਕਾਂਗਰਸ ਵਾਸਤੇ ਵੀ ਥੋੜਾ ਚੈਲੰਜ ਆ ਗਿਆ ਹੁਣ, ਜਿਵੇਂ ਬਾਬੂ ਜੀ ਨੇ ਕਿਹਾ। ਹੁਣ ਜਿਵੇਂ ਜਿਵੇਂ ਟਾਈਮ ਆਊਗਾ ਉਵੇਂ ਪਤਾ ਲੱਗੂਗਾ ਜੀ। ਠੀਕ ਹੈ ਸਰ, ਬਹੁਤ ਸ਼ੁਕਰੀਆ ਸਰ ਜੀ, ਥੈਂਕ ਯੂ ਸੋ ਮਚ। ਮੰਗੜ ਸਾਹਿਬ। ਹਾਂਜੀ ਬਾਬੂ ਜੀ ਤੇ ਬਹੁਤ ਵਧੀਆ ਸੁਣੀ ਦੀ ਇੰਟਰਵਿਊ, ਬਹੁਤ ਮਨ ਲੱਗ ਸੁਣੀ ਦੀ ਆ। ਤੇ ਬਾਬੂ ਜੀ ਕੈਪਟਨ ਸਾਹਿਬ ਜਿੱਦਾਂ ਮਰਜ਼ੀ ਆਈ ਜਾਣ, ਕੋਈ ਕੁਛ ਨਹੀਂ ਬਣਨਾ। 4 ਸਾਲ ਸੀਤਾਫਲ ਤੇ ਲੋਕਾਂ ਨੇ ਝੂਠੇ ਵਾਅਦੇ ਕਰਕੇ ਸਹੁੰ ਚੱਕੇ, ਉਹਨਾਂ ਭਾਵੇਂ ਜਿੱਦਾਂ ਮਰਜ਼ੀ ਉਹਨਾਂ ਕੋਈ ਹੱਲ ਨਹੀਂ। ਕਾਂਗਰਸ ਚੰਨੀ ਸਰਕਾਰ 'ਚ ਵੀ ਆਪਾਂ ਥੋੜਾ ਟਾਈਮ ਸੀ, ਵਧੀਆ ਕੰਮ ਕਰੇ। ਪਰ ਅਕਾਲੀਆਂ ਦੇ ਜੀ ਬਾਬੂ ਜੀ ਜਿਹੜਾ ਬਾਦਲ ਸਾਹਿਬ ਵੱਡੇ ਕਹਿੰਦੇ ਸੀ ਬਹੁਤ ਵਧੀਆ ਬਿੱਲ ਨੇ, ਇਹਨਾਂ ਦੀ ਜੜ੍ਹਾਂ ਤਾਂ ਉਹੀ ਕੁਛ ਬਹਿ ਜਾਣਾ ਜੀ ਇਹਨਾਂ ਦਾ, ਸਿਮਰਤ ਬਾਦਲ ਦੇ ਵੀ ਪਹਿਲਾਂ ਹੱਕ ਵਿੱਚ ਫਿਰ ਨਾ ਵਿੱਚ। ਯਾਨੀ ਕਾਂਗਰਸ ਦੇ ਅੱਜ ਚਾਂਸ ਹੈਗੇ। ਚੰਨੀ ਸਾਹਿਬ ਜਿੰਨਾ ਟਾਈਮ ਸੀ ਵਧੀਆ ਕੰਮ ਕਰ ਰਹੇ ਨੇ। ਬਾਕੀ ਝਾੜੂ ਵਾਲੇ ਤਾਂ ਉਹ ਝਾੜੂ ਖੜਿਆ ਫਿਰ ਉਹਦਾ ਪੁੱਛੀ ਨਾ, ਅੱਧਾ ਵੱਢਿਆ ਪਿਆ ਅੱਧਾ ਖੜਿਆ ਪਿਆ ਜੀ। ਉਹਦਾ ਕੋਈ ਹੱਲ ਨਹੀਂ ਹੈਗਾ ਅਸੀਂ। ਠੀਕ ਹੈ ਜੀ। ਉਹ ਚੰਨੀ ਸਰਕਾਰ ਦੇ ਚਾਂਸ ਹੈਗੇ ਜੀ, ਉਹ ਜ਼ਰੂਰ ਆ ਸਕਦੇ ਕਿਉਂਕਿ ਜਿੰਨਾ ਟਾਈਮ ਸੀ ਵਧੀਆ ਕੰਮ ਕਰ ਰਹੇ ਜੀ ਉਹ। ਠੀਕ ਹੈ ਜੀ, ਠੀਕ ਹੈ ਸਰ, ਬਹੁਤ ਮਿਹਰਬਾਨੀ। ਆਪਾਂ ਬੌਬੀ ਹੁਣਾਂ ਤੋਂ ਸੁਣਦੇ ਹਾਂ ਕੀ ਕਹਿੰਦੇ ਨੇ, ਤੇ ਫਿਰ ਉਸ ਤੋਂ ਬਾਅਦ ਬਾਈ ਜੀ ਹੋਰੀ ਨੇ ਲਾਸਟ ਕਾਲਰ, ਸੋ ਹੋਰ ਕਾਲਸ ਨਹੀਂ ਲਵਾਂਗੇ ਦੋਸਤੋ ਪਲੀਜ਼। ਹੁਣ ਆਪਾਂ ਸਮਾਪਤ ਕਰਦੇ ਹਾਂ। ਅੱਛਾ ਬੌਬੀ ਜੀ, ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ ਓਵਰਆਲ ਚਲੋ ਕੈਪਟਨ ਸਾਹਿਬ ਨੇ ਜੋ ਕੁਝ ਹੁਣ ਕਰਨਾ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਤਾਂ ਕਰਨਗੇ, ਕਿਉਂਕਿ ਸ਼ਾਇਦ ਉਹਨਾਂ ਦੇ ਕੋਲੇ ਲਾਸਟ ਮੌਕਾ ਹੋਣਾ ਹੈ ਆਪਣੇ ਉਹ ਸਾਰੇ ਦੇ ਸਾਰੇ ਹੁਣ ਤੱਕ ਦੇ ਪੋਲੀਟੀਕਲ ਕਰੀਅਰ ਦਾ ਨਿਚੋੜ ਕੱਢ ਕੇ ਵਰਤਣ ਦੇ ਲਈ। ਮੈਂ ਮੰਨਦਾ ਕੈਪਟਨ ਸਾਹਿਬ ਖੁਦ ਇਲੈਕਸ਼ਨ ਵੀ ਨਹੀਂ ਲੜਨਗੇ। ਅੱਛਾ। ਅਗਰ ਪਾਰਟੀ ਬਣਾਈ ਆਪਣੀ ਬੇਟੀ ਨੂੰ ਤਾਂ ਲੜਾ ਸਕਦੇ ਆ। ਉਹ ਇਸ ਚੀਜ਼ ਵਿੱਚ ਜ਼ਰੂਰ ਹੋਣਗੇ ਕਿ ਅਗਰ ਉਹ ਭਾਰਤੀ ਜਨਤਾ ਪਾਰਟੀ ਨਾਲ ਸਿੱਧੇ ਤੌਰ ਤੇ, ਉਹ 'ਚ ਅਕਾਲੀ ਦਲ ਦਾ ਵੀ ਸਿੱਧੇ ਤੌਰ ਤੇ ਨਾਲ ਇੱਕ ਗੁਪਤ ਡੀਲ ਹੋ ਸਕਦੀ ਹੈ ਕਿ ਕਾਂਗਰਸ ਨੂੰ ਕਿਵੇਂ ਰੋਕਣਾ ਆ। ਦੇਖੋ ਜੋ ਇੱਕ ਕਾਂਗਰਸ ਦੀ ਗਵਰਨਮੈਂਟ ਆ ਤੇ ਉਹਨੂੰ ਕਿਵੇਂ ਹਰਾਉਣਾ ਆ, ਤੇ ਉਹਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਸ਼ਹਿਰਾਂ 'ਚ ਰੋਲ ਅਹਿਮ ਪਲੇ ਕਰ ਸਕਦੀ ਆ। ਤੁਸੀਂ ਇੱਕ ਗੱਲ ਯਾਦ ਰੱਖੋ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਜ਼ੋਰ ਆ, ਉੱਥੇ ਅਕਾਲੀ ਦਲ ਨੇ BSP ਨੂੰ ਟਿਕਟਾਂ ਦੇ ਛੱਡੀਆਂ। ਜਿਵੇਂ ਪਠਾਨਕੋਟ ਲਾ ਲਓ, ਜਲੰਧਰ ਸੈਂਟਰ ਲਾ ਲਓ, ਜਿੱਥੋਂ ਦਾ ਬੇਸ ਹੀ ਹੈ ਨਹੀਂ, ਉੱਥੇ ਸਿੱਧਾ ਟੱਕਰ BJP ਤੇ ਕਾਂਗਰਸ ਦੀ ਹੋਣੀ ਆ। ਤੇ ਉਹਦੇ ਪਹਿਲਾਂ BJP ਦਾ ਮੈਂ ਦੱਸਦਾ ਇੱਕ ਜਿਹੜਾ ਐਕਸ ਫੈਕਟਰ ਜਿਹੜਾ ਪੰਜਾਬ ਕੋਈ ਵੀ ਗੱਲ ਨਹੀਂ ਕਰ ਰਿਹਾ, ਜਿਹੜਾ ਹੋ ਸਕਦਾ ਆ, ਮੈਂ ਨਹੀਂ ਕਹਿੰਦਾ ਹੋਣਾ, ਪਰ ਇੱਕ ਹੋ ਸਕਦਾ ਉਹ ਇਹ ਹੈਗਾ ਆ ਕਿ ਭਾਰਤੀ ਜਨਤਾ ਪਾਰਟੀ ਹੁਣ ਜਿਵੇਂ ਕਿ ਸੋਚਿਆ ਨਹੀਂ ਸੀ ਮੋਦੀ ਉਹਨਾਂ ਨੇ ਕਾਨੂੰਨ ਵਾਪਸ ਲੈ ਲੈਣੇ ਆ ਇੰਨੀ ਛੇਤੀ, ਅੜੀਅਲ ਸੁਭਾਅ ਦੇ ਆ। ਪਰ ਅੱਜ ਦੀ ਤਰੀਕ ਦੇ ਵਿੱਚ ਅਗਰ ਭਾਰਤੀ ਜਨਤਾ ਪਾਰਟੀ ਕੋਈ ਐਕਸਪੈਰੀਮੈਂਟ ਕਰਦੀ ਆ ਕਿਸੇ ਰੀਜਨਲ 1-2 ਪਾਰਟੀਆਂ ਨਾਲ, ਚਾਹੇ ਕੈਪਟਨ ਜਾਂ ਢੀਂਡਸਾ ਸਾਹਿਬ ਜਾਂ ਕਿਸੇ ਹੋਰ ਨਾਲ ਕੋਈ ਉਹਨਾਂ ਦੀ ਸਟ੍ਰੈਟੇਜਿਕਲੀ ਟਾਈ ਅਪ ਹੋ ਜਾਂਦੀ ਆ, ਤੇ ਕੱਲ੍ਹ ਨੂੰ ਉਹ ਇਹ ਕਹਿ ਦੇਣ ਕਿ ਅਸੀਂ ਪੰਜਾਬ ਦੇ ਸਭ ਤੋਂ ਵੱਡਾ ਇੱਕ ਇਸ਼ੂ ਕਿਸਾਨੀ ਦਾ ਖਤਮ ਹੋਇਆ। ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਇਸ਼ੂ ਆ, ਜਿਹੜੀ ਆਪਾਂ ਗੱਲ ਨਹੀਂ ਕਰ ਰਹੇ, ਉਹ ਹੈਗਾ ਆ ਪੰਜਾਬ ਤੇ 3 ਲੱਖ ਕਰੋੜ ਤੋਂ ਵੱਧ ਕਰਜ਼ਾ। ਹਾਂਜੀ। ਅਗਰ ਉਹ ਕੋਈ ਇੱਕ ਪੈਕੇਜ ਲੈ ਕੇ ਆਉਂਦੀ ਹੈ, ਕਿਸੇ 1 ਲੱਖ ਕਰੋੜ ਤੱਕ ਦਾ ਤੁਹਾਡਾ ਪੈਕੇਜ ਲੈ ਕੇ ਆਉਂਦੇ ਆ, ਅਸੀਂ ਜਿਵੇਂ ਕਈ ਹੋਰ ਸਟੇਟਸ ਵਿੱਚ ਵੀ ਕਈ ਵਾਰ ਦੇਖਿਆ ਦਿੱਤਾ ਗਿਆ ਆ, ਬਿਹਾਰ ਵੇਲੇ ਵੀ ਰੌਲਾ ਪਿਆ ਸੀ,
ਉਹ ਇਹੋ ਜਿਹਾ ਪੈਕੇਜ ਲੈ ਕੇ ਆਉਂਦੇ ਕਿ ਤੁਹਾਡਾ ਕਰਜ਼ਾ ਮਾਫ਼ ਕਰਾਂਗੇ ਸਟੇਟ ਦਾ, ਤੇ ਉਹਦੇ ਨਾਲ ਵੋਟ ਕਾਫੀ ਪ੍ਰਭਾਵਿਤ ਹੋ ਸਕਦੀ ਆ। ਮੈਂ ਫਿਰ ਵੀ ਇਹ ਕਹਿੰਦਾ ਕਿ ਸਰਕਾਰ ਗੱਲ ਬਣਾਉਣ ਦੀ ਨਹੀਂ, ਕਈ ਵਾਰ ਕਿਸੇ ਨੂੰ ਰੋਕਣ ਦੀ ਗੱਲ ਹੁੰਦੀ ਆ। ਤੇ ਇਸ ਵੇਲੇ ਕਿਉਂਕਿ ਕਿਸਾਨ ਜਥੇਬੰਦੀਆਂ ਤੇ ਵੀ ਪ੍ਰੈਸ਼ਰ ਹੋਏਗਾ। ਹੁਣ ਚਰਨਜੀਤ ਸਿੰਘ ਚੰਨੀ ਐਲਾਨ ਬਹੁਤ ਵਧੀਆ ਕੀਤੇ ਆ, ਮੈਂ ਦੇਖੋ ਬਿਲਕੁਲ ਗੱਲ ਐਲਾਨ ਬੜੇ ਕੀਤੇ ਆ, ਪਰ ਹੱਲੇ ਨੋਟੀਫਿਕੇਸ਼ਨ ਬੜੀ ਘੱਟ ਹੋਈ ਆ। ਠੀਕ ਹੈ, ਸੋ ਲਾਸਟ ਕਾਲ ਲੈ ਕੇ ਬਾਬੂ ਜੀ ਆਪਾਂ ਫਿਰ ਇਜਾਜ਼ਤ ਲੈਣੀ। ਉਹਨਾਂ ਤੇ ਵੀ ਚੁਣੌਤੀਆਂ ਔਰ ਉਨੀਆਂ ਹੀ ਰਹਿਣੀਆਂ ਆ। ਅਕਾਲੀ ਦਲ ਹੱਲੇ ਵੀ ਰਿਬਾਊਂਡ ਕਰ ਰਹੀ ਹੈ, ਉਸ ਲੈਵਲ ਤੇ ਨਹੀਂ ਜਿੱਦਾਂ ਪਹਿਲਾਂ ਸੀ। ਆਮ ਆਦਮੀ ਪਾਰਟੀ ਦਾ ਬੇਸ ਨਹੀਂ ਰਿਹਾ। ਭਾਰਤੀ ਜਨਤਾ ਪਾਰਟੀ ਨੇ ਜਿੰਨੀ ਸ਼ਹਿਰੀ ਵੋਟ ਖਿੱਚਣੀ ਆ, ਦੈਟ ਵਿਲ ਬੀ ਐਟ ਦ ਐਕਸਪੈਂਸ ਆਫ ਕਾਂਗਰਸ। ਠੀਕ ਹੈ ਜੀ। ਸੋ ਜਿਹੜੇ ਨਤੀਜੇ ਕੀ ਨਿਕਲਣੇ ਆ ਉਹ ਮੈਂ ਇਸ ਤਰ੍ਹਾਂ ਨਾ ਬੜੇ ਇਸ ਵੇਲੇ ਸਿਚੁਏਸ਼ਨ ਕਲੀਅਰ ਨਹੀਂ ਹੈਗੀ, ਬਹੁਤ ਡਾਵਾਡੋਲ ਹੈ ਪੰਜਾਬ ਦੀ ਕਿ ਫਾਈਨਲ ਨਤੀਜਾ। ਇਹ ਆਪਾਂ ਬਾਬੂ ਜੀ ਕੋਸ਼ਿਸ਼ ਕਰਨੀ ਨੈਕਸਟ ਵੀਕ ਥੋੜੇ ਜਿਹਾ 2-3 ਐਪੀਸੋਡ ਇਸ ਪੁਆਇੰਟ ਤੇ ਕਰਾਂਗੇ ਨਾਲ ਦੀ ਨਾਲ ਹੋਰ, ਕਿਉਂਕਿ ਇਹਨਾਂ ਨੂੰ ਕੋਸ਼ਿਸ਼ ਹੋਏਗੀ, ਲੋਕੀ ਵੀ ਸੁਣਨਾ ਚਾਹੁੰਦੇ ਹੋਣਗੇ ਕਿ, ਔਰ ਖਾਸ ਜਿਹੜਾ ਅਸੀਂ ਇੱਕ ਪੁਆਇੰਟ ਕਵਰ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਚਲੋ ਫਾਇਦੇ ਦੀ ਤਾਂ ਗੱਲ ਰਹੀ ਦੂਰ ਦੀ, ਪਰ ਜਿਹੜੇ ਨੁਕਸਾਨ ਪੰਜਾਬ ਨੂੰ ਝੱਲਣੇ ਪਏ ਨੇ ਇਸ ਅੰਦੋਲਨ ਦੇ ਨਾਲ ਉਹ ਕਿਹੜੇ ਨੇ। ਅਫਕੋਰਸ ਜਿਹੜੇ ਫਾਇਦਿਆਂ ਨੂੰ ਵੀ ਅਸੀਂ ਰੂਲ ਆਊਟ ਨਹੀਂ ਕਰ ਸਕਦੇ, ਕਿਉਂਕਿ ਜਿਸ ਤਰੀਕੇ ਦੇ ਨਾਲ ਇਕੱਠ, ਜਿਸ ਤਰੀਕੇ ਦੀ ਯੂਨਿਟੀ, ਜਿਸ ਤਰੀਕੇ ਦਾ ਜੋਸ਼, ਜਿਸ ਤਰ੍ਹਾਂ ਦੇ ਜਿਹੜੇ ਯੂਥ ਦੇ ਵਿੱਚ ਜਿਹੜੀ ਇੱਕ ਇਨਕਰੇਜਮੈਂਟ ਦੇਖਣ ਨੂੰ ਮਿਲੀ ਹੈ, ਉਹ ਬਹੁਤ ਵੱਡੀ ਕਾਮਯਾਬੀ ਮੰਨੀ ਜਾਣੀ ਚਾਹੀਦੀ ਹੈ। ਪਰ ਫਿਰ ਵੀ ਜਿਹੜੇ ਇਹਦੇ ਜਿਹੜੇ ਡਰਾਬੈਕਸ ਨੇ, ਫਲॉज ਨੇ, ਜਿਹੜੇ ਕਮੀਆਂ ਹੋਈਆਂ ਨੇ, ਜਿਹੜੇ ਨੁਕਸਾਨ ਹੋਏ ਨੇ, ਉਹਨਾਂ ਦਾ ਵੀ ਲੇਖਾ ਜੋਖਾ ਆਉਣ ਵਾਲੇ ਦਿਨਾਂ 'ਚ ਕਰਦੇ ਹਾਂ। ਸੋ ਬਾਈ ਜੀ ਤੁਸੀਂ ਔਨ ਦੀ ਏਅਰ ਹੋ ਤਾਂ ਪਲੀਜ਼ ਬਰੀਫ ਰੱਖਿਓ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ, ਸਾਰਿਆਂ ਨੂੰ, ਸੰਗਤ ਨੂੰ, ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਮੋਦੀ ਸਾਹਿਬ ਨੇ ਜਦੋਂ ਕਾਲੇ ਕਾਨੂੰਨ ਲਾਗੂ ਕੀਤੇ ਸੀ, ਉਹਨੂੰ ਇੰਨਾ ਪਤਾ ਨਹੀਂ ਸੀਗਾ ਵੀ ਕਿਸਾਨਾਂ ਦੀ ਇੰਨੀ ਸਟਰੋਂਗ ਮੂਵਮੈਂਟ ਚੱਲੂਗੀ। ਉਹ ਭੁਲੇਖੇ 'ਚ ਸੀਗਾ। ਇਹਦੇ ਰਿਜ਼ਲਟ ਜੋ ਨਿਕਲੇ ਆ ਉਹਨੂੰ ਪਤਾ ਨਹੀਂ ਸੀ ਵੀ ਰਿਜ਼ਲਟ ਨਿਕਲਣਗੇ। ਚਲੋ ਇਹ ਨਹੀਂ ਵੇ ਕਿਸਾਨ ਜਿੱਤੇ, ਮੋਦੀ ਹਾਰਿਆ, ਤੇ ਇਹਦੇ ਵਿੱਚ ਜਿਹੜਾ ਨੁਕਸਾਨ ਹੋਇਆ, ਦੇਖੋ ਜਦੋਂ ਸੰਘਰਸ਼ ਕਰਦੇ ਹਾਂ ਆਪਾਂ, ਨੁਕਸਾਨ ਤਾਂ ਹੁੰਦਾ ਕੌਮਾਂ ਦਾ ਜਾਂ ਕਿਸੇ ਵੀ ਜਥੇਬੰਦੀਆਂ ਹੋਈਆਂ, ਕੁਛ ਵੀ ਹੋਇਆ, ਨੁਕਸਾਨ ਬਹੁਤ ਹੋਇਆ। ਪਰ ਜਿੱਥੋਂ ਤੁਰੇ ਸੀ ਆਪਾਂ ਉੱਥੇ ਹੀ ਖੜੇ ਹਾਂ ਜੀ। ਆਪਾਂ 11-13 ਮਹੀਨਿਆਂ 'ਚ ਮੋਦੀ ਸਾਹਿਬ ਦੇ ਕਹਿਣ ਮੁਤਾਬਕ ਉਹਨੇ ਆਪੇ ਹੀ ਥੋਪੇ ਸੀ, ਆਪੇ ਹੀ ਵਾਪਸ ਲੈ ਲਏ, ਪਰ ਨੁਕਸਾਨ ਪੰਜਾਬ ਦਾ ਹੋਇਆ ਐਨੀਵੇ। ਹੁਣ ਉਦੋਂ ਬਾਅਦ ਹੁਣ ਕੈਪਟਨ ਤੇ ਆ ਜਾਣਾ ਮੈਂ ਸ਼ਾਰਟਕੱਟ ਸਿੱਧਾ ਹੀ। ਕੈਪਟਨ ਸਾਹਿਬ ਨੂੰ ਦੇਖੋ, ਸਾਰੇ ਕਾਂਗਰਸ ਦੇ ਵਿਧਾਇਕਾਂ ਨੇ ਜਾ ਕੇ ਦਿੱਲੀ ਰਿਪੋਰਟਾਂ ਕਰਕੇ 75-25 ਦਾ ਮੈਚ ਸ਼ੋਅ ਕਰਤਾ ਸੀਗਾ ਬਈ ਇਹ ਕੁਛ ਨਹੀਂ ਕਰਦਾ, ਮੈਚ ਖੇਡ ਰਿਹਾ 75-25 ਦਾ। ਇਹ ਉਹ ਸਾਬਤ ਹੋ ਗਿਆ, ਸਭ ਕੁਛ ਹੋ ਗਿਆ। ਹੁਣ ਬੱਚੇ ਨੂੰ ਪੰਜਾਬ 'ਚ ਪਤਾ ਲੱਗ ਗਿਆ ਉਹਦੇ ਮੈਚ ਦਾ। ਉਹ ਇੰਨਾ ਬੇਇੱਜ਼ਤ ਹੋ ਕੇ ਨਿਕਲਿਆ ਉੱਥੋਂ, ਤਰੀਕਾ ਨਹੀਂ ਆਇਆ ਕਿ ਕੈਪਟਨ ਸਾਹਿਬ ਹੰਕਾਰੀ ਸੀਗਾ, ਉਹ ਲਾਇਆ ਗਿਆ। ਹੁਣ ਦੇਖੋ ਦੂਸਰੀ ਬਲੰਡਰ ਗਲਤੀ, ਕੱਲ ਚੱਲਿਆ ਕੈਪਟਨ ਸਾਹਿਬ ਹੁਣ ਦੁਬਾਰਾ ਫੇਰ। ਚਲੋ ਸਰਕਾਰ ਜੋ ਆਪਣੇ ਬਜ਼ੁਰਗਾਂ ਗਿਆ ਉਹ, ਪਰ ਫਿਰ ਵੀ ਸਿਆਣੇ ਬੰਦੇ ਨੂੰ ਦੇਖੋ, ਕਾਂਗਰਸ ਨੇ ਇੰਨਾ ਕੁਛ ਉਸ ਬੰਦੇ ਨੂੰ ਦਿੱਤਾ ਹੋਵੇ, ਉਹਦੇ ਵਾਈਫ MP ਹੋਵੇ, ਸਾਰਾ ਕੁਛ ਹੋਵੇ, ਉਹ ਰਹਿ ਕੇ ਉਹ ਰਿਟਾਇਰਮੈਂਟ ਦੇ ਉੱਤੇ ਕਮਾਂਡ ਕਰ ਸਕਦਾ ਸੀ ਸਾਰਿਆਂ ਦੇ ਉੱਤੇ ਜੇ ਤਰੀਕੇ ਨਾਲ ਚੱਲਦਾ ਉਹ। ਪਰ ਰਾਜੇ ਹੰਕਾਰੀ ਹੁੰਦੇ ਨੇ, ਹੁਕਮ ਨਹੀਂ ਮੰਨਦੇ, ਹੁਕਮ ਸੁਣਾਉਣ ਜਾਣਦੇ ਹੁੰਦੇ ਨੇ ਇਹ। ਹੁਣ ਉਹ ਇੱਡੀ ਬਲੰਡਰ ਗਲਤੀ ਕਰੂਗਾ ਭਾਜਪਾ ਨਾਲ ਰਲ ਕੇ ਨਾ। ਭਾਜਪਾ ਦੀ ਆਈਡੀਓਲੋਜੀ ਹੈ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ, ਬੋਬੀ ਜੀ ਆਪਾਂ ਸਭ ਜਾਣਦੇ ਹਾਂ ਸਾਰੇ ਜਾਣੇ। ਇਹ ਪੰਜਾਬ ਦੇ ਲੋਕਾਂ ਦੇ ਮੂੰਹੋਂ ਲੈ ਜੂ ਇਹ ਬੰਦਾ। ਆਪਣੇ ਕੈਪਟਨ ਸਾਹਿਬ ਉਹਨਾਂ ਦਾ ਟਾਈ ਅਪ ਕਰਕੇ ਉਹਨੇ ਕਹਿਤਾ ਮੈਂ ਟਾਈ ਅਪ ਕਰੂੰਗਾ। ਢੀਂਡਸਾ ਸਾਹਿਬ ਅਸੀਂ ਟਾਈ ਅਪ ਕਰਕੇ ਚੱਲਾਂਗੇ ਪੰਜਾਬ ਦੇ ਵਿੱਚ। ਪਰ ਹਾਂ ਇਹਦੇ ਪੰਜਾਬ ਦੀ ਮੈਂ ਹੁਣੇ ਕਹਿ ਦੇਣਾ ਭਵਿੱਖਬਾਣੀ ਕਰ ਦੇਣਾ ਪੰਜਾਬ ਦੇ ਭਵਿੱਖ ਦੀ ਇਲੈਕਸ਼ਨ ਦੀ। ਇਹਦੇ 'ਚ ਕਿਸੇ ਨੂੰ ਬਹੁਮਤ ਨਹੀਂ ਮਿਲਣਾ ਕਿਸੇ ਨੂੰ। ਅੱਜ ਦਾ ਨੋਟ ਕਰ ਲਓ ਮੇਰਾ, ਅੱਜ ਤੋਂ 6-7 ਮਹੀਨੇ ਪਹਿਲਾਂ ਬੋਬੀ ਜੀ ਨਾਲ ਆਪਾਂ ਟਾਕ ਕਰਦੇ ਰੇਡੂ ਤੇ ਮੈਂ ਕਹਿੰਦਾ ਸੀ ਵੀ ਕੈਪਟਨ ਸਾਹਿਬ ਦਾ ਕੁਛ ਨਹੀਂ ਬਣਨਾ, ਕੈਪਟਨ ਸਾਹਿਬ ਬਾਹਰ ਜਾਊਗਾ। ਉਦੋਂ ਨਹੀਂ ਸੀ ਮੰਨਦਾ ਕੋਈ, ਚਲੋ ਠੀਕ ਆ, ਬਾਅਦ ਸਭ ਨੂੰ ਪਤਾ ਲੱਗ ਗਿਆ। ਤੇ ਇਹ ਗੱਲ ਆ ਵੀ ਕੈਪਟਨ ਸਾਹਿਬ ਦੀ ਭਵਿੱਖਬਾਣੀ ਹੁਣ ਬਹੁਤ ਖਰਾਬ ਹੋਊਗੀ ਤੇ ਬਹੁਤ ਇਹ ਮਤਲਬ ਨਿੰਦਿਆਯੋਗ ਲੋਕ ਕਰਨਗੇ ਇਹਦੀ ਨਿੰਦਿਆ। ਇਹ ਕੰਮ ਕਰਕੇ ਮਤਲਬ ਰਿਟਾਇਰਮੈਂਟ ਵੇਲੇ ਇਹ ਧੱਬਾ ਲਵਾਊ ਆਪਦੇ ਆਪ ਨੂੰ ਜਾਂਦਾ ਹੋਇਆ। ਬਾਬਾ ਜੀ ਇਹਦੇ ਨਾਲ ਦੱਸੋ ਕਿੰਨਾ ਕੁ ਤੁਸੀਂ ਮਤਲਬ ਕੋਈ ਵਿਚਾਰ ਦਿਓ ਇਹਦੇ ਬਾਰੇ। ਠੀਕ ਹੈ ਸਰ, ਬਹੁਤ ਸ਼ੁਕਰੀਆ। ਸੋ ਦੋਸਤੋ ਮੈਂ ਬੇਨਤੀ ਕਰਦਾ, ਮੈਂ ਹੋਰ ਜਿਹੜੇ ਕਾਲਰਸ, ਮੈਂ ਕਾਲਸ ਹੋਰ ਔਨ ਏਅਰ ਨਹੀਂ ਕਰ ਹੋਣੀਆਂ ਜੀ, ਡ੍ਰੌਪ ਕਰਨੀਆਂ ਪੈਣਗੀਆਂ ਕਾਲਸ ਬਾਕੀ ਦੀਆਂ, ਕਿਉਂਕਿ ਸਮਾਂ ਸਾਡਾ ਆਲਰੇਡੀ ਬਹੁਤ ਜ਼ਿਆਦਾ ਓਵਰ ਚਲੇ ਗਿਆ ਜੀ। ਅਸੀਂ ਤਕਰੀਬਨ 40 ਮਿੰਟ ਬਿਨਾਂ ਕਿਸੇ ਕਮਰਸ਼ੀਅਲ ਬ੍ਰੇਕ ਦੇ ਹੀ ਤੁਹਾਡੇ ਲਈ ਗੱਲਬਾਤ ਕੀਤੀ ਹੈ। ਸੋ ਅੱਜ ਦੇ ਲਈ ਮੈਂ ਮਾਫੀ ਚਾਹਾਂਗਾ, ਬਾਕੀ ਕਾਲਰਸ ਹੋਰ ਨਾ ਕਾਲ ਕਰਿਓ। ਸੁਖਵਿੰਦਰ ਜੀ ਸਨ ਤੇ ਇੱਕ ਕਾਲਰ ਹੋਰ ਡ੍ਰੌਪ ਕਰ ਗਿਆ। ਸੁਖਵਿੰਦਰ ਜੀ ਤੁਸੀਂ ਹੋਲਡ ਕਰ ਲਿਓ, ਮੈਂ ਔਨ ਦੀ ਏਅਰ ਨਹੀਂ ਗੱਲ ਕਰ ਸਕਾਂ ਜੀ ਹੋਰ। ਹਾਂਜੀ ਬਾਬੂ ਜੀ ਆਪਾਂ ਵਾਈਂਡ ਅਪ ਕਰ ਦਈਏ। ਮੈਂ ਦੇਖੋ ਇਹੀ ਮੰਨਦਾ ਜੀ ਕਿ ਇਹਨੇ ਕੈਪਟਨ ਸਾਹਿਬ ਦੇ ਸੰਦਰਭ ਸਵਾਲ ਪੁੱਛਿਆ। ਮੈਂ ਤਾਂ ਕੈਪਟਨ ਸਾਹਿਬ ਤਾਂ ਸਿਰਫ ਇੱਕੋ ਹੀ ਦੌੜ 'ਚ ਹੈ, CM ਦੀ ਦੌੜ ਤਾਂ ਨਹੀਂ। ਉਹ ਇਸ ਦੌੜ 'ਚ ਜ਼ਰੂਰ ਹੈ ਕਿ ਕਿਸੇ ਸਟੇਟ ਦੀ ਗਵਰਨਰ ਉਹਨਾਂ ਨੂੰ BJP 'ਚ ਲਾ ਦੇਵੇ ਤੇ ਉਹਦੇ ਲਈ ਆਪਣੀ ਸੇਵਾਵਾਂ ਦੇਣ ਨੂੰ ਤਿਆਰ ਆ। ਪਰ ਮੈਂ ਜਿਵੇਂ ਸ਼ੁਰੂਆਤ 'ਚ ਕਿਹਾ ਸੀ ਕਿ BJP ਨੇ ਉਹਨਾਂ ਦੀਆਂ ਸੇਵਾਵਾਂ ਲੈਣੀਆਂ ਕਿ ਨਹੀਂ ਲੈਣੀਆਂ, ਇਹ ਵੱਡਾ ਕੁਐਸਚਨ ਆ। ਕਿਉਂਕਿ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਅੱਜ ਅਨਾਊਂਸਮੈਂਟ ਕੀਤੀ ਹੈ, ਕੈਪਟਨ ਨੂੰ ਪਾਸੇ ਰੱਖ ਕੇ ਕੀਤੀ ਆ।
ਕੈਪਟਨ ਸਾਹਿਬ ਤਾਂ ਕਹਿ ਰਹੇ ਆ, ਬਹੁਤ ਬਹੁਤ ਵਧਾਈਆਂ ਦੇ ਰਹੇ ਆ, ਪਰ ਬੀਜੇਪੀ ਨੇ ਉਹਨਾਂ ਨੂੰ ਵਿੱਚ ਵਧਾਈ ਸਾਂਝੀ ਕਰਨ ਲਈ ਕੋਈ ਆਪਸ਼ਨ ਨਹੀਂ ਛੱਡੀ ਜਿਹੜਾ ਕਿ ਉਹ ਵੀ ਕ੍ਰੈਡਿਟ ਲੈ ਪਾਉਂਦੇ। ਤੇ ਹੁਣ ਗਾਂ ਜਿਵੇਂ ਆਪਾਂ ਸਾਰਿਆਂ ਨੇ ਗੱਲ ਕੀਤੀ ਹੈ, ਹਰਜਿੰਦਰ ਜੀ ਕੁਇਕਲੀ ਗੱਲ ਮੈਂ ਐਡ ਕਰਨੀ ਚਾਹੁੰਦਾ, ਕਿਸਾਨੀ ਅੰਦੋਲਨ ਨਾਲ ਇੱਕ ਆਪਾਂ 3 ਕਾਨੂੰਨ ਤਾਂ ਵਾਪਸ ਜ਼ਰੂਰ ਹੋਏ ਨੇ, ਪਰ ਅੱਜ ਜਿਵੇਂ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਹੈ, ਮੈਂ ਉਸ ਤੇ ਗੱਲ ਕਰਨੀ ਚਾਹੁੰਦਾ। ਇੱਥੇ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਕਿ ਕ੍ਰੌਪ ਡਿਵਰਸੀਫਿਕੇਸ਼ਨ ਦੀ, ਉਹਨਾਂ ਨੇ ਜਿਹੜੀ ਇੱਕ ਅੱਜ ਗੱਲ ਕੀਤੀ, ਮੈਂ ਜਿਹੜੀ ਸਪੋਰਟ ਕਰਾਂਗਾ ਉਹ ਇਹ ਆ ਕਿ ਸਟੇਟਸ ਦੀਆਂ ਸਰਕਾਰਾਂ ਨਾਲ ਜੋੜ ਕੇ ਕਿਸਾਨ ਜਥੇਬੰਦੀਆਂ ਨਾਲ ਇਕੱਠੇ ਹੋ ਕੇ ਉਹ ਸਾਂਝੀ ਕਮੇਟੀਆਂ ਬਣਾਉਣਗੇ, ਜਿਹੜੀ ਕਿ ਕ੍ਰੌਪ ਡਿਵਰਸੀਫਿਕੇਸ਼ਨ ਜਾਂ ਹੋਰ ਕਿਸਾਨੀ ਨਾਲ ਰਿਲੇਟਡ ਇਸ਼ੂ ਆ ਉਹਨੂੰ ਸੁਲਝਾਇਆ ਜਾਵੇ। ਜੇ ਪਹਿਲਾਂ ਹੀ ਇਹ ਕੁਛ ਕੀਤਾ ਗਿਆ ਹੁੰਦਾ ਤੇ ਅੱਜ ਨਰਿੰਦਰ ਮੋਦੀ ਦੀ ਵਾਹ ਹੋ ਰਹੀ ਹੁੰਦੀ, ਉਹ ਯਸ਼ ਖੱਟ ਲੈਂਦੇ। ਪਰ ਪਹਿਲਾਂ ਉਹਨਾਂ ਨੇ ਕਾਨੂੰਨਾਂ ਨੂੰ ਬਲਡੋਜ਼ ਕਰਨ ਦੀ ਕੋਸ਼ਿਸ਼ ਕੀਤੀ, ਜਿਹਦਾ ਲੋਕਾਂ ਨੇ ਵਿਰੋਧ ਕੀਤਾ, ਇੱਕ ਵੱਡਾ ਐਜੀਟੇਸ਼ਨ ਹੋਇਆ। ਪਰ ਹੁਣ ਵੀ ਚਲੋ ਦੇਰ ਆਏ ਦਰੁਸਤ ਆਏ, ਆਪਾਂ ਆਸ ਕਰਦੇ ਹਾਂ ਭਾਰਤ ਬੈਟਰ ਹੋਵੇ, ਯੂਪੀ ਬੈਟਰ ਹੋਵੇ, ਤੇ ਖਾਸ ਕਰਕੇ ਪੰਜਾਬ। ਅਗਰ ਪੰਜਾਬ ਦੀ ਬਿਹਤਰੀਨ ਦੇ ਲਈ ਕੁਛ ਕੋਈ ਕਰ ਸਕੇ, ਅਸੀਂ ਉਹਦਾ ਹਮੇਸ਼ਾ ਸਵਾਗਤ ਕਰਾਂਗੇ। ਪਰ ਪੋਲੀਟੀਕਲ ਇੰਪੈਕਟ ਕੀ ਹੈਗਾ ਅੱਜ ਦੀ ਤਰੀਕ, ਉਹ ਸਾਰੇ ਸਰੋਤੇ ਪਹਿਲਾਂ ਵੀ ਕਹਿ ਗਏ ਆ, ਅੱਜ ਦੀ ਤਰੀਕ ਸਰਕਾਰ ਕਿਹਦੀ ਬਣਨੀ ਕੀ ਨਹੀਂ ਬਣਨੀ ਇਹ ਕਹਿਣਾ ਬੜਾ ਮੁਸ਼ਕਿਲ ਹੋ ਰਿਹਾ ਆ, ਕਿਉਂਕਿ ਵੋਟ ਜਿਹੜੀ ਆ ਉਹ ਡਿਵੀਜ਼ਨ ਇੰਨੀ ਹੋ ਜਾਣੀ ਆ। ਕਈਆਂ ਹਲਕਿਆਂ 'ਚ ਤਾਂ ਕੋਈ 27-28% ਲੋਕ ਲੈ ਕੇ ਹੀ ਜਿੱਤ ਸਕਦੇ ਆ ਕੈਂਡੀਡੇਟ, ਜੋ ਹਾਲਾਤ ਬਣਦੇ ਜਾ ਰਹੇ ਆ। ਸੋ ਆਉਣ ਵਾਲੇ ਦਿਨ ਜਿਹੜੇ ਆ ਬੜੇ ਇੰਟਰਸਟਿੰਗ ਹੋਣਗੇ ਜੀ। ਠੀਕ ਹੈ ਬਾਬੂ ਜੀ, ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਤੁਹਾਡਾ ਧੰਨਵਾਦ, ਤੇ ਆਪਾਂ ਹੁਣ ਨੈਕਸਟ ਵੀਕ 'ਚ ਦੁਬਾਰਾ ਗੱਲ ਕਰਾਂਗੇ ਜੀ। ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ ਗੁਰਸ਼ਰਨ ਬੌਬੀ ਸਿੱਧੂ ਹੋਰੀ। ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ ਹੋਵੇ ਤਾਂ 647 539 3020 ਦੇ ਉੱਤੇ ਕੰਟੈਕਟ ਕਰ ਸਕੋਗੇ। इश्तिहार है तो व्यापार है, अपना बिजनेस प्रमोट करने लिए संपर्क करो 647 400 68 647 400 6862 G Media Group। For all the latest updates, please subscribe G Media Group and press the bell icon.